ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਰਣਬੀਰ ਸਿੰਘ ਰਾਣਾ ਤੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਕਿ ਰਾਮ ਤੀਰਥ ਮੰਦਿਰ ਦੇ ਵਿੱਚ ਗਿਆਨਨਾਥ ਆਸ਼ਰਮ ਦੇ ਵਿੱਚ ਜੋ ਕੁਝ ਹੋਇਆ, ਘਿਨਾਉਣਾ ਕਾਰਾ ਹੋਇਆ। ਦੋ ਔਰਤਾਂ ਦੇ ਨਾਲ ਜਬਰ ਜਨਾਹ ਹੋਇਆ, ਬੰਦੀ ਬਣਾਇਆ ਗਿਆ। ਤੇ ਵੱਡੀ ਗੱਲ ਇਹ ਕਿ ਇਲਜ਼ਾਮ ਜਿਹੜੇ ਨੇ ਉਹ ਜਿਹੜੇ ਡੇਰੇ ਦੇ ਸੰਚਾਲਕ ਅਤੇ ਉਹਨਾਂ ਦੇ ਸਾਥੀ ਨੇ ਉਹਨਾਂ ਤੇ ਲੱਗੇ। ਸਵਾਲ ਇਹ ਹੈ ਕਿ ਆਖਿਰ ਸਾਡੇ ਦੇਸ਼ ਦੇ ਵਿੱਚ ਧਾਰਮਿਕ ਅਸਥਾਨਾਂ ਤੇ ਅਜਿਹਾ ਕੁਝ ਕਿਉਂ ਹੁੰਦਾ ਏ। ਇਸੇ ਤੇ ਹੋਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਐਡਵੋਕੇਟ ਸਿਮਰਨਦੀਪ ਕੌਰ ਗਿੱਲ ਜੁੜੇ ਨੇ। ਮੈਮ, ਸਵਾਗਤ ਹੈ ਤੁਹਾਡਾ। ਥੈਂਕ ਯੂ ਸਰ। ਸਤਿ ਸ਼੍ਰੀ ਅਕਾਲ ਜੀ। ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਕਿ ਤੁਸੀਂ ਜੇਲ੍ਹ ਵੀ ਕੱਟੀ ਕਿਉਂਕਿ ਤੁਹਾਡੇ ਤੋਂ ਇੱਕ ਟਿੱਪਣੀ ਇਸ ਤਰ੍ਹਾਂ ਦੀ ਹੋ ਗਈ ਸੀ ਜਿਸ ਤੇ ਵਾਲਮੀਕ ਭਾਈਚਾਰੇ ਦੇ ਵੱਲੋਂ ਇਤਰਾਜ਼ ਕੀਤਾ ਗਿਆ। ਪਰ ਹੁਣ ਜਿਹੜਾ ਜੀ ਹੁਣ ਮਾਮਲਾ ਸਾਹਮਣੇ ਆਇਆ ਉਸ ਦੇ ਵਿੱਚ ਉਸੇ ਮੰਦਿਰ ਦੇ ਉਸੇ ਆਸ਼ਰਮ ਦੇ ਵਿੱਚ ਕੁਝ ਜਿਹੜੇ ਉੱਥੋਂ ਦੇ ਜੋ ਡੇਰੇ ਦੇ ਸੰਚਾਲਕ ਨੇ ਜਾਂ ਉਹਨਾਂ ਦੇ ਸਾਥੀ ਨੇ ਘਿਨਾਉਣਾ ਕਾਰਾ ਕੀਤਾ ਗਿਆ। ਕਿ ਤੁਸੀਂ ਗੱਲ ਪਿਛਲੇ ਦਿਨ ਹੀ ਕਹੀ ਕਿ ਇੱਕ ਲੈਟਰਸ ਤੁਹਾਡੇ ਕੋਲੇ ਸਾਹਮਣੇ ਆਈਆਂ ਸੀ ਗੁੰਮਨਾਮ। ਕੀ ਸੀ ਉਹ ਲੈਟਰਸ? ਸਰ ਨਾਟ ਐਗਜ਼ੈਕਟਲੀ ਦੇਖੋ, ਲੈਟਰ ਵੀ ਹੈਗੀਆਂ ਨੇ, ਕਾਲਸ ਵੀ ਹੈਗੀਆਂ ਨੇ, ਮੇਲਸ ਵੀ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਅਲੱਗ-ਅਲੱਗ, ਇਹ ਸਿਰਫ ਇਹਨਾਂ ਦੀ ਗੱਲ ਨਹੀਂ ਕਿ ਅਲੱਗ-ਅਲੱਗ ਕਿਸੇ ਲੀਡਰ ਦੇ ਖਿਲਾਫ ਵੀ ਆ ਜਾਂਦੀਆਂ ਨੇ, ਕਿਸੇ ਪੁਲਿਸ ਆਫੀਸਰ ਦੇ ਖਿਲਾਫ ਵੀ ਆ ਜਾਂਦੀਆਂ ਨੇ, ਸਿੰਗਰਸ ਦੇ ਖਿਲਾਫ ਵੀ ਆਈਆਂ ਨੇ। ਸੋ ਜਿੱਥੇ ਵੀ ਮੈਂ, ਕਿਉਂਕਿ ਫਾਈਟ ਫॉर ਰਾਈਟ ਨਾਂ ਦੀ ਜਿਹੜੀ ਕੈਂਪੇਨ ਚਲਾਈ ਹੋਈ ਆ, ਉਹਦੇ ਵਿੱਚ ਕਿਤੇ ਵੀ ਕਿਸੇ ਦੇ ਨਾਲ ਵੀ ਸੈਕਸ ਅਬਿਊਜ਼ ਹੁੰਦਾ ਆ ਤਾਂ ਲੋਕ ਮੈਨੂੰ ਕੰਟੈਕਟ ਕਰਦੇ ਨੇ, ਕੁੜੀਆਂ ਅਕਸਰ ਕੰਟੈਕਟ ਕਰਦੀਆਂ ਨੇ, ਪਰ ਉਹ ਹਿੰਮਤ ਨਹੀਂ ਕਰ ਪਾਉਂਦੀਆਂ ਸਾਹਮਣੇ ਆਉਣ ਦੀ। ਤਾਂ ਉਹਨਾਂ ਦੇ ਵਿੱਚੋਂ ਇਹਨਾਂ ਦੇ ਵਿੱਚ ਮੇਰੇ ਕੋਲ ਨਛੱਤਰ ਨਾਥ ਹੈ, ਇਹਨਾਂ ਦੇ ਵਿੱਚੋਂ ਇੱਕ ਆਰੋਪੀ ਆ ਜਿਹਦੇ ਖਿਲਾਫ ਮੇਰੇ ਕੋਲ ਇੱਕ ਨਹੀਂ ਕਾਫੀ ਵਾਰ ਕੰਪਲੇਂਟਸ ਆਈਆਂ, ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਕੰਪਲੇਂਟ ਮੇਰੇ ਕੋਲ ਅੰਮ੍ਰਿਤਸਰ ਤੋਂ ਧੀਆਂ ਦੇ ਕੌਮ ਦੇ ਧੀਆਂ ਦੇ ਰਾਖੇ ਨਾਮ ਦੀ ਸੰਸਥਾ ਹੈ, ਜਿਹੜੇ ਅਕਸਰ ਹੀ ਕਿਤੇ ਵੀ ਧੀ ਭੈਣ ਨਾਲ ਕਿਤੇ ਜਾਤੀ ਹੁੰਦੀ ਹੈ ਤਾਂ ਮੈਨੂੰ ਕੰਟੈਕਟ ਕਰਦੇ ਰਹਿੰਦੇ ਆ। ਤਾਂ ਸਭ ਤੋਂ ਵੱਡੀ ਮਤਲਬ ਜਿਹਦੇ ਵਿੱਚ ਇੱਕ ਲੇਡੀ ਜਿਹੜੀ ਸਾਹਮਣੇ ਆਈ ਆ ਉਹ ਸੀਗੀ ਇਹ ਜਿਹੜਾ ਨਛੱਤਰ ਨਾਥ ਆ, ਇਹਦੀ ਹੀ ਪਤਨੀ ਜੀ, ਕਿਉਂਕਿ ਇਹਦੀ ਪਤਨੀ ਅਤੇ 4 ਸਾਲ ਦੀ ਬੱਚੀ ਨੂੰ ਇਹਨੇ ਛੱਡ ਕੇ ਇੱਕ ਹੋਰ ਔਰਤ ਦੇ ਨਾਲ ਵਿਆਹ ਕਰਾ ਲਿਆ ਸੀਗਾ, ਜਿਹਨੂੰ ਇਹ ਪਹਿਲਾਂ ਭੈਣ ਕਹਿੰਦਾ ਸੀਗਾ, ਮਤਲਬ ਦੁਨੀਆ ਸਾਹਮਣੇ ਜਿਹਨੂੰ ਭੈਣ ਬੋਲਦੇ ਸੀਗੇ। ਤੇ ਫਿਰ ਉਹ ਜੇ ਉਸ ਔਰਤ ਦਾ ਮਤਲਬ ਉਹਦੇ ਨਾਲ ਤਲਾਕ ਲਏ ਬਿਨਾਂ ਇਹਨੇ ਵਿਆਹ ਕਰਾ ਲਿਆ ਸੀਗਾ, ਜੋ ਕਿ ਉਸ ਔਰਤ ਦੇ ਬਿਆਨ ਜੋ ਮੈਨੂੰ ਧੀਆਂ ਦੇ ਰਾਖੇ ਸੰਸਥਾ ਤੋਂ ਜੋ ਮੈਨੂੰ ਇਨਫੋਰਮੇਸ਼ਨ ਮਿਲੀ ਤੇ ਉਹਨਾਂ ਦੀ ਮੈਂ ਹੈਲਪ ਕਰ ਰਹੀ ਸੀਗੀ। ਸੋ ਮੈਨੂੰ ਤਾਂ ਕੜੀਆਂ ਨਹੀਂ ਸਮਝ ਆਉਂਦੀਆਂ ਸੀਗੀਆਂ ਕਿ ਆਖਰ ਚੱਕਰ ਕੀ ਆ, ਵੀ ਮੇਰੇ ਪਿੱਛੇ ਏਦਾਂ ਐਵੇਂ ਕਿਵੇਂ, ਮਤਲਬ ਕਿਉਂਕਿ ਮੈਂ ਭਾਈਚਾਰੇ ਦੇ ਲੋਕ, ਮੈਂ ਕਦੇ ਭੇਦਭਾਵ ਨਹੀਂ ਕੀਤਾ, ਮੈਂ ਸਾਰੀ ਕਮਿਊਨਿਟੀ ਦੇ ਲੋਕਾਂ ਦੇ ਨਾਲ ਐਜ਼ ਆ ਮਤਲਬ ਮੈਂ ਹਿਊਮਨ ਵਰਕ ਕਰਦੀ ਹਾਂ ਤੇ ਮੈਂ ਇਨਸਾਨੀਅਤ ਦੇ ਨਾਤੇ ਕੰਮ ਕਰਦੀ ਹਾਂ। ਤੇ ਮੇਰੇ ਲਈ ਵੀ ਬੜੀ ਹੈਰਾਨੀ ਦੀ ਗੱਲ ਸੀਗੀ ਕਿ ਕਿੱਦਾਂ, ਤੇ ਫਿਰ ਮੈਨੂੰ ਮਿਸਲੀਡ ਕੀਤਾ ਗਿਆ ਕਿ ਮਜੀਠੀਆ ਨੇ ਪਰਚਾ ਕਰਾਇਆ। ਫਿਰ ਜਦੋਂ ਆਟੋ ਵੈਰੀਫਾਈ ਕੀਤਾ ਗਿਆ ਫਿਰ ਪਤਾ ਲੱਗਿਆ ਕਿ ਇਹ ਸਰਕਾਰੀ ਤੰਤਰ ਮੰਤਰ, ਕਿਉਂਕਿ ਤੁਹਾਨੂੰ ਪਤਾ ਕਿ ਇਹਨਾਂ ਲੋਕਾਂ ਦਾ ਆਪਸ ਚ ਨੈਕਸਸ ਹੁੰਦਾ ਆ ਤੇ ਇਹ ਲੋਕਾਂ ਇਹ ਜਿਹੜੀ ਇਹ ਆਹ ਨਛੱਤਰ ਨਾਥ ਇਹਨਾਂ ਦੇ ਸਾਥੀ ਆ, ਹੋਰ ਇੱਕ ਕੋਈ ਡਾਕਟਰ ਰੰਗਰੇਟਾ ਹੈਗਾ ਆ ਲੁਧਿਆਣੇ ਤੋਂ, ਇੱਕ ਆਪਣਾ ਕੁਮਾਰ ਦਰਸ਼ਨ ਹੈ, ਇਹ ਸ਼ਸ਼ੀ ਗਿੱਲ ਹੈ, ਅਮਨ ਸੋਹਤਾ, ਕਾਫੀ ਲੋਕ ਨੇ। ਤਾਂ ਇਹ ਪੂਰਾ ਇਹਨਾਂ ਦਾ ਗਰੁੱਪ ਆ ਤੇ ਜਿਹੜੇ ਅਕਸਰ ਹੀ ਕਿਤੇ ਵੀ ਮਤਲਬ ਲੋਕਾਂ ਦੇ ਉੱਤੇ SC ST ਐਕਟ ਲਵਾ ਦਿੰਦੇ ਨੇ, ਬਹੁਤ ਸਾਰੇ ਪਰ ਉਹ ਤਾਂ ਕਹਿੰਦੇ ਨੇ, ਉਹ ਤਾਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਜਿਨ੍ਹਾਂ ਦੀ ਤੁਸੀਂ ਡਾਕਟਰ ਰੰਗਰੇਟਾ ਹੋਰਾਂ ਦੀ ਜਾਂ ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੇ ਨਾਲ ਖੜਦੇ ਆ ਜਿਨ੍ਹਾਂ ਦੇ ਨਾਲ ਕਿਤੇ ਧੱਕੇਸ਼ਾਹੀ ਹੁੰਦੀ ਹੈ। ਇਹੀ ਤਾਂ ਗੱਲ ਆ। ਫਿਰ ਹੁਣ ਉਹੀ ਤਾਂ ਕਹਿਣਾ ਚਾਹੁੰਦੀ ਆ ਕਿ ਇਸ ਟਾਈਮ ਉਹ ਦੋ ਔਰਤਾਂ ਜਿਨ੍ਹਾਂ ਦੀ ਆਸਥਾ ਧਰਮ ਦੇ ਵਿੱਚ ਸੀ, ਜਿਨ੍ਹਾਂ ਦੀ ਆਸਥਾ ਮਹਾਰਾਜ ਵਾਲਮੀਕੀ ਜੀ ਦੇ ਵਿੱਚ ਸੀਗੀ, ਤਾਂ ਉਹਨਾਂ ਦੀ ਆਸਥਾ ਨੂੰ ਕਿਵੇਂ ਠੇਸ ਪਹੁੰਚਾਤੀ। ਤੇ ਅੱਜ ਉਹ ਜਿਨ੍ਹਾਂ ਨੇ ਮੇਰੇ ਲਈ ਰੇਲ ਜਾਮ ਕੀਤੀ ਸੀਗੀ, ਇਹਨਾਂ ਸਾਰੇ ਲੋਕਾਂ ਨੇ, ਨਛੱਤਰ ਨਾਥ ਉਹਨਾਂ ਦੇ ਵਿੱਚੋਂ ਇੱਕ ਸੀਗਾ, ਨਛੱਤਰ ਨਾਥ ਦੀ ਜਿਹੜੀ ਨਵੀਂ ਪਤਨੀ ਆ ਉਹ ਉਹਨਾਂ ਦੇ ਵਿੱਚੋਂ ਇੱਕ ਸੀ, ਠੀਕ। ਤੇ ਹੁਣ ਨਛੱਤਰ ਨਾਥ ਦੇ ਲਈ ਰੇਲ ਜਾਮ ਕਿਉਂ ਨਹੀਂ ਕਰਦੇ? ਕਿਉਂਕਿ ਮੇਰੇ ਮੂੰਹ ਚੋਂ ਇਨਸਾਨ ਦੇ ਪਰਿਵਰਤਨ ਦੀ ਗੱਲ ਕੀਤੀ ਗਈ ਸੀਗੀ। ਮੈਨੂੰ ਤਾਂ ਇਹਨਾਂ ਨੇ ਡਬਲ FIR ਕਰਾ ਕੇ ਅੰਦਰ 55 ਦਿਨ ਲਵਾਤੇ, ਠੀਕ। ਹਾਈ ਕੋਰਟ ਦੀ ਬੇਲ ਤੋਂ ਬਾਅਦ ਵੀ ਇਹਨਾਂ ਨੇ ਨਵੀਂ FIR ਕਰਾ ਕੇ ਅੰਦਰ ਕਰਤਾ, ਜੋ ਇਹਨਾਂ ਦਾ ਪਲਾਨ ਸੀਗਾ 22 FIR ਕਰਾਉਣ ਦਾ। ਖੈਰ ਮਾਨਯੋਗ ਹਾਈ ਕੋਰਟ ਨੇ ਉਸ ਚੀਜ਼ ਦੇ ਉੱਤੇ ਡਾਇਰੈਕਸ਼ਨ ਆਰਡਰ ਕੀਤੀਆਂ ਕਿ ਹੁਣ ਮੈਨੂੰ ਕਿਸੇ ਵੀ ਸੇਮ ਟਾਈਪ ਦੀ FIR ਦੇ ਵਿੱਚ ਅਰੈਸਟ ਨਹੀਂ ਕਰ ਸਕਦੇ ਇਹ। ਤੁਹਾਨੂੰ ਰੋਪੜ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੁਬਾਰਾ ਅਰੈਸਟ ਕਰ ਲਿਆ ਗਿਆ ਸੀ। ਇੱਕ FIR ਤੇ ਦੂਜੀ ਵਾਰ FIR ਹੁੰਦੀ ਹੈ। ਮੈਂ ਹਜੇ ਮੇਰੀ ਬੇਲ ਆਰਡਰ ਹੋਏ ਸੀਗੇ ਤੇ ਉਧਰ ਜ਼ਮਾਨਤ ਭਰ ਰਹੇ ਸੀ ਘਰ ਦੇ, ਤੇ ਇਹਨਾਂ ਨੇ ਕਪੂਰਥਲੇ ਵਾਲੀ FIR ਦੇ ਵਿੱਚ ਮੈਨੂੰ ਅਰੈਸਟ ਕਰ ਲਿਆ, ਜਦ ਕਿ ਸੇਮ ਆ। ਤੇ ਜਦੋਂ ਕੋਰਟ 'ਚ ਪੇਸ਼ ਕੀਤਾ ਗਿਆ ਤੇ ਜੱਜ ਸਾਹਿਬ ਨੇ ਪੁੱਛਿਆ ਉਹਨਾਂ ਨੂੰ ਵੀ
ਤੁਸੀਂ ਦੂਜੀ ਵਾਰ ਕਿਵੇਂ ਸੇਮ ਚੀਜ਼ ਦੇ ਵਿੱਚ ਅਰੈਸਟ ਕਰ ਸਕਦੇ ਹੋ? ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਸੀਗਾ ਜੀ ਇਹ ਰੋਪੜ ਜੇਲ੍ਹ ਦੇ ਸੋਚੋ ਵਿੱਚ ਵੀ ਸੇਮ ਤੁਹਾਨੂੰ ਭਾਈਚਾਰੇ ਦੇ ਲੋਕ ਜੇਲ੍ਹ ਜਾਣ ਦੇ ਵਿੱਚ ਜਾਂ ਤੁਹਾਨੂੰ ਜੇਲ੍ਹ ਪਹੁੰਚਾਉਣ ਦੇ ਵਿੱਚ ਡਾਕਟਰ ਰੰਘਰੇਟਾ ਜਾਂ ਨਛੱਤਰ ਜਿਨ੍ਹਾਂ ਦਾ ਤੁਸੀਂ ਨਾਮ ਲੈ ਰਹੇ ਹੋ, ਕੀ ਇਹਨਾਂ ਦਾ ਰੋਲ ਰਿਹਾ ਜਾਂ ਕਿਸੇ ਹੋਰ ਦਾ ਰੋਲ? ਇਹਨਾਂ ਦਾ ਸਭ ਤੋਂ ਵੱਡਾ ਦੇਖੋ ਜੀ, ਦੇਖੋ ਪਿੱਛੇ ਪੋਲੀਟੀਕਲ ਪਾਵਰ ਤਾਂ ਹੈਗੀ ਆ, ਕਿਉਂਕਿ ਪੋਲੀਟੀਕਲ ਲੀਡਰ ਹੋ ਗਏ, ਬਹੁਤ ਸਾਰੇ ਪੁਲਿਸ ਆਫੀਸਰ ਹੋ ਗਏ ਜਿਹੜੇ ਇਹਨਾਂ ਦੇ ਅੱਗੇ ਸਿਰ ਝੁਕਾਉਂਦੇ ਨੇ। ਅੰਮ੍ਰਿਤਸਰ ਸਾਰਿਆਂ ਨੂੰ ਇਹ ਸਾਰੀਆਂ ਚੀਜ਼ਾਂ ਬਹੁਤ ਚੰਗੀ ਤਰ੍ਹਾਂ ਪਤਾ ਨੇ, ਕਿਉਂਕਿ ਅੰਮ੍ਰਿਤਸਰ ਦੇ ਲੋਕ ਮੈਨੂੰ ਕੰਟੈਕਟ ਕਰਕੇ ਦੱਸਦੇ ਆ, ਬਹੁਤ ਚੀਜ਼ਾਂ ਦੱਸੀਆਂ ਨੇ ਉਹਨਾਂ ਨੇ। ਤੇ ਇਹ ਜਿਹੜੇ ਪੁਲਿਸ ਨੂੰ ਸਾਰਿਆਂ ਨੂੰ ਆਪਦੇ ਅੱਗੇ ਝੁਕਾਉਂਦੇ ਨੇ। ਈਵਨ ਜਿਹੜੀ ਇਹ ਨਛੱਤਰ ਨਾਥ ਦੀ ਜਿਹੜੀ ਮੌਜੂਦਾ ਮਤਲਬ ਜਿਹੜੀ ਦੂਜੀ ਪਤਨੀ ਆ, ਉਹਦੀ ਵੀਡੀਓ ਆ ਮੇਰੇ ਕੋਲ ਜਿਹਦੇ ਵਿੱਚ ਜਿਹੜੀ ਉਹਨੇ ਬਾਕੀਆਂ ਤੋਂ ਡਿਲੀਟ ਕਰਾਤੀ ਸੀ, ਇਹਨਾਂ ਨੇ 5 ਤਰੀਕ ਨੂੰ ਰਿਕਾਰਡ ਕੀਤੀ ਸੀਗੀ। ਉਹਨੇ ਬੜਾ ਭੜਕਾਊ ਭਾਸ਼ਣ ਦਿੱਤਾ ਜਿਹਦੇ ਵਿੱਚ ਇਹ ਸਾਫ਼ ਬੋਲ ਰਹੀ ਹੈ ਕਿ ਜਿਹੜੀ ਸਿਮਰਨਜੀਤ ਕੌਰ ਆ, ਇਹਨੂੰ ਕਹਿੰਦੀ ਕਿ ਨਹੀਂ, ਕਹਿੰਦੀ ਆਪਣੇ ਘਰਾਂ ਚੋਂ ਨਿਕਲੋ, ਲੋਕਾਂ ਨੂੰ ਭੜਕਾ ਰਹੀ ਹੈ ਘਰਾਂ ਚੋਂ ਨਿਕਲੋ। ਤੇ ਜਿਹੜੀ ਸਿਮਰਨਜੀਤ ਕੌਰ ਆ, ਇਹਨੂੰ ਅਰੈਸਟ ਕਰਨ ਤੋਂ ਪਹਿਲਾਂ ਕਹਿੰਦੀ ਮੈਂ ਇਹਨੂੰ ਫੜੂੰਗੀ ਜਿੱਥੇ ਮਰਜ਼ੀ ਉਹ ਸ਼ੁਭ ਜੇ। ਜਦ ਕਿ ਮੈਂ ਕਿਹਾ ਸੀਗਾ ਕਿ ਮੈਂ 8 ਤਰੀਕ ਨੂੰ ਦਊਂਗੀ ਅਰੈਸਟ ਆਪਣੀ, ਤਾਂ ਕਹਿੰਦੀ ਫਿਰ ਇਹਨੂੰ ਫੜ ਕੇ ਇਹਦੀ ਗੁੱਤ ਮੁੰਨੋ ਤੇ ਇਹਦੀ ਗਾਟਾ ਲਾ ਦੋ, ਇਹਦੀ ਗਰਦਨ ਲਾ ਦੋ। ਇਹ ਭੜਕਾਊ ਭਾਸ਼ਣ ਉਹਨਾਂ ਵੱਲੋਂ ਦਿੱਤੇ ਗਏ। ਨਛੱਤਰ ਦੀ ਪਤਨੀ ਆ, ਫਿਰ ਉਹਦੇ ਖੁਦ ਦਾ ਜਿਹੜਾ SMO ਆ, ਕਿਉਂਕਿ ਇਸ ਔਰਤ ਨੇ ਹਾਈ ਕੋਰਟ ਨੂੰ ਗੁੰਮਰਾਹ ਕਰਕੇ ਸਪੈਸ਼ਲ ਸਿਕਿਉਰਿਟੀ ਲਈ ਹੋਈ ਸੀ। ਇਹਦੇ SMO ਨੇ ਇਹਦੇ ਅਤੇ ਇਹਦੇ ਪਤੀ ਦੇ ਖਿਲਾਫ CM ਨੂੰ ਲੈਟਰ ਲਿਖਿਆ ਹੋਇਆ ਜਿਹਦੀ ਕੰਪਲੇਂਟ ਚੱਲ ਰਹੀ ਆ। ਤੁਹਾਡੀ ਜਿਹੜੀਆਂ ਪੀੜਤ ਔਰਤਾਂ ਨੇ, ਜਿਹੜੀਆਂ 2 ਔਰਤਾਂ ਦੀ ਗੱਲ ਹੁੰਦੀ ਹੈ ਇੱਥੇ, ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਆ? ਤੁਹਾਡੇ ਨਾਲ ਰਾਬਤਾ ਹੋਇਆ ਉਹਨਾਂ ਦਾ? ਮੈਂ ਜੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਕੋਲ ਨੰਬਰ ਆਇਆ ਉਹਨਾਂ ਦਾ, ਹਲੇ ਤੱਕ ਮਤਲਬ ਉਹ ਫੋਨ ਸਵਿਚ ਆਫ ਆ ਰਿਹਾ। ਆਬਵੀਅਸ ਜੀ ਗੱਲ ਆ, ਜਦੋਂ ਕਿਸੇ ਦੀ ਆਸਥਾ ਹੁੰਦੀ ਆ ਤੇ ਇਹੋ ਜਿਹੇ ਦਰਿੰਦੇ, ਇਹੋ ਜਿਹੀ ਜਿਹੜੀ ਆਸਥਾ ਆ, ਉਹਨੂੰ ਭੜਕਾਉਣ ਦੀ ਕੋਸ਼ਿਸ਼ ਕਰਦੇ ਤਾਂ ਪੀੜਤ ਦੀ ਹਾਲਤ ਕੀ ਹੋਊਗੀ, ਆਪਾਂ ਸਾਰੇ ਉਸ ਚੀਜ਼ ਤੋਂ ਜਾਣੂ ਆ। ਉੱਪਰ ਦੀ ਫਿਰ ਇਸ ਚੀਜ਼ ਨੂੰ ਪੋਲੀਟੀਕਲ ਮੈਟਰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਿਉਂਕਿ ਕਈ ਲੋਕ ਕਹਿ ਰਹੇ ਆ ਜੀ ਦੂਜੇ ਵੀ ਇਹ ਗੱਦੀ ਦਾ ਰੌਲਾ ਚੱਲ ਰਿਹਾ ਸੀ, ਇਸ ਲਈ ਇਸ ਚੀਜ਼ ਨੂੰ ਲੈ ਕੇ ਮਤਲਬ ਜਾਣਬੁੱਝ ਕੇ ਫਸਾਇਆ ਗਿਆ। ਪਰ ਹੁਣ ਮੈਜਿਸਟ੍ਰੇਟ ਨੇ ਰੰਗੇ ਹੱਥੀ ਫੜਿਆ ਤਾਂ ਉਹਦੇ ਵਿੱਚ ਜਾਣਬੁੱਝ ਕੇ ਛਪਾਉਣ ਵਾਲਾ ਕੀ ਹੋ ਗਿਆ? ਗੱਲ ਇਹ ਆ ਕਿ ਇਹੋ ਜਿਹੇ ਕੰਮ ਉਹਤੇ ਲਗਾਤਾਰ ਚੱਲਦੇ ਸੀਗੇ, ਪਰ ਲੋਕਾਂ ਨੂੰ ਪਤਾ ਸੀ ਵੀ ਚੱਲਦੇ ਆ, ਇਸੇ ਲਈ ਉਹਨਾਂ ਨੇ ਕੱਲੇ ਪੁਲਿਸ ਨੇ ਰੇਡ ਨਹੀਂ ਪਾਈ, ਕਿਉਂਕਿ ਕੱਲੀ ਪੁਲਿਸ ਰੇਡ ਪਾਉਂਦੀ ਕੰਮ ਖਰਾਬ ਹੋਣਾ ਸੀ। ਉਹ ਨਾਲ ਮੀਡੀਆ ਲੈ ਕੇ ਆਏ, ਨਾਲ ਮੈਜਿਸਟ੍ਰੇਟ ਆਏ, ਸੀਨੀਅਰ ਆਫੀਸਰ ਆਏ, ਤਾਂ ਉਹਨਾਂ ਤੇ ਨੱਥ ਪੈ ਗਈ। ਜਿਹੜੇ 4 ਲੋਕਾਂ ਤੇ ਮਾਮਲਾ ਦਰਜ ਹੋਇਆ, ਤਾਂ ਹੁਣ 2 ਦੀ ਅਰੈਸਟ ਹੋਈ ਹੈ ਜਾਂ 4ਾਂ ਦੀ ਅਰੈਸਟ ਜਿਹੜੀ ਹੋ ਚੁੱਕੀ? ਨਹੀਂ ਜੀ, 2 ਜਾਣੇ ਅਰੈਸਟ ਹੋਏ ਆ, ਸੂਰਜ ਨਾਥ ਤੇ ਇਹ ਜਿਹੜਾ ਨਛੱਤਰ ਨਾਥ ਆ, ਅਸਲੀ ਜਿਹੜਾ ਕ੍ਰਿਮੀਨਲ ਆ, ਇਹ ਅਜੇ ਤੱਕ ਫਰਾਰ ਨੇ। ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਜੀ, ਜਿਹੜੇ ਡਾਕਟਰ ਰੰਘਰੇਟੇ ਵਰਗੇ ਆ, ਮੈਂ ਉਦੋਂ ਦੀ ਤਾਂ ਬੋਲੀ ਨਹੀਂ, ਹੁਣ ਇਹ ਚੱਕੇ ਜਾਮ ਕਰਨ ਨਾ। ਹੁਣ ਤਾਂ ਮਤਲਬ ਮੇਰਾ ਤਾਂ ਚਲੋ ਜੋ ਬੋਲ ਹੀ ਰਹੇ ਸੀਗੇ, ਜਿਹੜੀਆਂ ਔਰਤਾਂ ਨੇ ਉੱਥੇ ਆਸਥਾ ਰੱਖਦੀਆਂ ਨੇ, ਉਹਨਾਂ ਦੇ ਵਿਰੁੱਧ ਸਿਮਰਨ ਜੀ ਇੱਕ ਸਵਾਲ ਹੈ ਕਿ ਜੋ ਤੁਸੀਂ ਹੁਣ ਮੁੱਦਾ ਚੁੱਕ ਰਹੇ ਹੋ, ਇਹ 2 ਪੀੜਤ ਔਰਤਾਂ ਕਰਕੇ ਚੁੱਕ ਰਹੇ ਹੋ, ਜਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਹੜਾ ਤੁਸੀਂ ਨਛੱਤਰ ਨਾਥ ਜਿਹਦਾ ਨਾਮ ਲੈ ਰਹੇ ਹੋ, ਜਾਂ ਵੀ ਇਹ ਲੋਕ ਤੁਹਾਡੇ ਖਿਲਾਫ ਉਦੋਂ ਗਏ ਜਦੋਂ ਭਗਵਾਨ ਵਾਲਮੀਕ ਦੇ ਬਾਰੇ ਇੱਕ ਟਿੱਪਣੀ ਹੋਈ ਇਤਰਾਜ਼ਯੋਗ, ਜਿਹੜੀ ਇਸ ਕਰਕੇ ਤੁਸੀਂ ਇਹ ਮੁੱਦਾ ਚੁੱਕ ਰਹੇ ਹੋ? ਸਰ ਬਹੁਤ ਵਧੀਆ ਸਵਾਲ ਆ, ਕਿਉਂਕਿ ਇਹ ਦੱਸਣਾ ਬਹੁਤ ਜ਼ਰੂਰੀ ਆ। ਸਰ ਦੇਖੋ, ਹੁਣ ਤੋਂ ਨਹੀਂ, ਮੈਂ 2017 ਦੇ ਵਿੱਚ ਐਕਟਿਵਲੀ ਜਿਹੜੀਆਂ ਰੇਪ ਵਿਕਟਮ ਸੀ ਉਹਨਾਂ ਲਈ ਫਾਈਟ ਕਰਦੀ ਆ ਰਹੀ ਜੀ। ਤੇ ਮੁੱਦਾ ਮੈਂ ਸਿਰਫ ਇਹਨਾਂ ਵਾਲਾ ਨਹੀਂ ਚੱਕਿਆ ਹੋਇਆ, ਇਸ ਟਾਈਮ ਉਹਦਾ ਮੁੱਦਾ ਵੀ ਚੱਕਿਆ ਜਿਹੜੀ ਛੋਟੀ ਬੱਚੀ ਦੇ ਉਹਦੇ ਫਾਦਰ ਨੂੰ ਮਾਰ ਦਿੱਤਾ ਗਿਆ ਤੇ ਉਹਦੇ ਇਨਸਾਫ ਨਹੀਂ ਹੋਇਆ। ਹੁਣੀ ਮਹੇਸ਼ਰੀ ਪਿੰਡ ਦੇ ਵਿੱਚ 24 ਮਾਰਚ ਨੂੰ ਇੱਕ 11 ਸਾਲ ਦੇ ਮੁੰਡੇ ਨੂੰ ਰੇਪ ਕਰਕੇ ਸਾੜ ਦਿੱਤਾ ਗਿਆ, ਮੁੱਦਾ ਮੈਂ ਉਹਦਾ ਵੀ ਚੱਕਿਆ ਆ। ਸੋ ਵੱਖ-ਵੱਖ ਟਾਈਮ ਤੇ ਹਰ ਮੁੱਦਾ ਚੱਕਦੀ ਆ ਮੈਂ, ਮਤਲਬ ਇਸੇ ਨਾਲ ਰਿਲੇਟ ਨਾ ਕੀਤਾ ਜਾਵੇ ਉਹਨੂੰ। ਜੀ ਉਹਨੂੰ ਰਿਲੇਟ ਨਾ, ਪਰ ਉਹ ਆਬਵੀਅਸ ਜੀ ਗੱਲ ਆ, ਮੇਰੇ ਜਜ਼ਬਾਤ ਜੁੜੇ ਹੋਏ ਨੇ, ਕਿਉਂਕਿ ਮੈਂ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨਾ ਚਾਹੁੰਦੀ ਸੀ, ਉਹਨਾਂ ਨੇ ਮੈਨੂੰ ਰੋਕ ਕੇ, ਮੈਨੂੰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਮੇਰੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ, ਪਰ ਪਰਮਾਤਮਾ ਕਹਿੰਦੇ ਆ ਨਾ ਕਿ ਸੱਚ ਦਾ ਸਾਥ ਹੁੰਦਾ ਤੇ ਸੱਚ ਦੀ ਜਿੱਤ ਹੁੰਦੀ ਆ। ਅੱਜ ਉਹ ਇਨਸਾਫ ਮੈਨੂੰ ਮਿਲਿਆ ਆ, ਕਿਉਂਕਿ ਮੇਰੇ 55 ਦਿਨ ਛੋਟੇ ਨਹੀਂ ਹੈਗੇ। ਮੇਰੇ 55 ਦਿਨਾਂ ਦੇ ਵਿੱਚ ਮੇਰੇ ਜਿਹੜੇ ਕਲਾਇੰਟਸ ਨੇ ਉਹਨਾਂ ਦਾ ਨੁਕਸਾਨ ਹੋਇਆ, ਮੇਰੇ 55 ਦਿਨ ਮੇਰੇ ਮਾਪਿਆਂ ਨੇ, ਮੇਰੇ ਜਿਹੜੇ ਸਕੇ ਸੰਬੰਧੀ ਨੇ, ਉਹਨਾਂ ਨੇ ਰੋ ਕੇ ਕੱਟਿਆ। ਮੇਰੇ ਉਹ ਲੋਕ ਜਿਨ੍ਹਾਂ ਨੂੰ ਮੈਂ ਕਾਉਂਸਲਿੰਗ ਕਰਨੀ ਜਾਂ ਜਿਨ੍ਹਾਂ ਨੇ ਮੇਰੇ ਤੋਂ ਹੈਲਪ ਲੈਣੀ ਸੀਗੀ, ਉਹ ਮੇਰੇ ਤੋਂ ਹੈਲਪ ਨਹੀਂ ਲੈ ਪਾਏ ਤੇ ਮੈਂ ਹੈਲਪ ਨਹੀਂ ਕਰ ਪਾਈ। ਤੁਹਾਨੂੰ ਲੱਗਦਾ ਹੈ ਸਭ ਲੋਕਾਂ ਦੀਆਂ ਬਦਦੁਆਵਾਂ ਲੱਗੀਆਂ ਨੇ? ਠੀਕ ਹੈ, ਤੁਸੀਂ ਮਾਫੀ ਮੰਗੀ, ਤੁਸੀਂ ਪਹਿਲਾਂ ਵੀ ਕਿਹਾ ਕਿ ਮੈਂ ਮਾਫੀ ਮੰਗਦੀ ਰਹੀ ਪਰ ਮੈਨੂੰ ਮਾਫ ਨਹੀਂ ਕੀਤਾ ਗਿਆ। ਬਿਲਕੁਲ
ਬਿਲਕੁਲ ਮੈਂ ਹੁਣ ਵੀ ਕਹਿੰਦੀ ਹਾਂ ਕਿ ਜਿਹਦੀਆਂ ਜੇ ਦੇਖੋ ਮੈਂ ਇਨਸਾਨ ਦੇ ਵਿੱਚ ਪਰਿਵਰਤਨ ਦੀ ਗੱਲ ਕੀਤੀ, ਮੇਰੇ ਲਈ ਜਿਵੇਂ ਬਾਬਾ ਨਾਨਕ ਉਵੇਂ ਮੈਂ ਫੇਰ ਬੋਲੂੰਗੀ ਕਿ ਉਵੇਂ ਮੇਰੇ ਲਈ ਭਗਵਾਨ ਵਾਲਮੀਕੀ ਜੀ, ਠੀਕ ਹੈ, ਮੇਰੇ ਲਈ ਬਰਾਬਰ ਆ, ਮੇਰੇ ਲਈ ਸਾਰੇ ਧਰਮ ਬਰਾਬਰ ਆ। ਮੈਂ ਹਰ ਧਰਮ ਦੀ, ਹਰ ਧਾਰਮਿਕ ਸਥਾਨ ਦੀ, ਹਰੇਕ ਇਨਸਾਨ ਦੀ ਆਸਥਾ ਦੀ ਇੱਜ਼ਤ ਕਰਦੀ ਆ, ਠੀਕ, ਪਰ ਜਿੱਥੇ ਗਲਤ ਹੁੰਦਾ ਉਹਦੇ ਖਿਲਾਫ ਮੈਂ ਖੜਦੀ ਆ। ਪਰ ਜੇ ਮੈਂ ਕਿਤੇ ਗਲਤੀ ਕਰਦੀ ਆ, ਮੈਂ ਕਦੇ ਇੰਟੈਂਸ਼ਨਲੀ ਇਹੋ ਜੀ ਚੀਜ਼ ਨਾ ਤਾਂ ਮੈਂ ਕਦੇ ਕਿਸੇ ਧਰਮ ਦੇ ਬਾਰੇ ਗਲਤ ਬੋਲਾਂ, ਮੈਂ ਫੇਰ ਬਾਰ-ਬਾਰ ਕਿਹਾ ਸੀਗਾ ਕਿ ਮੈਂ ਉਸ ਚੀਜ਼ ਲਈ ਮਾਫੀ ਮੰਗਦੀ ਆ। ਤੇ ਮੇਰੇ ਕਰਕੇ ਜੇ ਧਾਰਮਿਕ ਭਾਵਨਾਵਾਂ ਹਰਟ ਹੋਈਆਂ ਨੇ, ਪਰ ਜੇ ਮੈਨੂੰ ਕੋਈ ਡਰਾਉਣ ਦੀ ਕੋਸ਼ਿਸ਼ ਕਰਦਾ, ਦੱਬਣ ਦੀ ਕੋਸ਼ਿਸ਼ ਕਰਦਾ, ਨਾ ਮੈਂ ਕੱਲ ਦੱਬੀਆਂ, ਨਾ ਮੈਂ ਜੇਲ੍ਹ ਜਾ ਕੇ ਦੱਬੀਆਂ, ਨਾ ਮੈਂ ਜੇਲ੍ਹ ਤੋਂ ਬਾਅਦ ਦੱਬੀਆਂ, ਮੈਂ ਮਰਦੇ ਦਮ ਤੱਕ ਲੜੂੰਗੀ, ਮੈਂ ਕਦੇ ਦੱਬੂੰਗੀ। ਤੁਸੀਂ ਇਸ ਕੇਸ ਦੀ ਪੈਰਵੀ ਵੀ ਕਰ ਰਹੇ ਹੋ ਜਾਂ ਸਿਰਫ ਤੁਸੀਂ ਜਿਵੇਂ ਸਾਡੇ ਨਾਲ ਮੀਡੀਆ ਦੇ ਨਾਲ ਸਾਹਮਣੇ ਆਏ ਹੋ, ਜਾਂ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਗੱਲਬਾਤ ਕੀਤੀ ਹੈ ਇਸ ਸੰਬੰਧੀ? ਨਹੀਂ ਸਰ, ਮੈਂ ਇਹਦੀ ਐਂਡ ਤੱਕ ਮੈਂ ਸਾਫ਼ ਉੱਥੇ ਈਵਨ ਐਸਐਚਓ ਸਾਹਿਬ ਨੂੰ ਵੀ ਸੰਪਰਕ ਕੀਤਾ, ਮੈਂ ਉਹਨਾਂ ਨੂੰ ਵੀ ਕਿਹਾ ਆ ਕਿ ਇਸ ਕੇਸ ਦੀ ਸਾਰੀ ਪੈਰਵਾਈ ਮੈਂ ਕਰੂੰਗੀ ਜੀ। ਜੇ ਮੈਨੂੰ ਜਾਣਾ ਪਿਆ ਮੈਂ ਉਹਦੀ ਖਾਤਰ ਉੱਥੇ ਅਜਨਾਲੇ ਜਾਊਗਾ। ਇਹਨਾਂ ਦੀ ਜਿਹੜੀ ਮਤਲਬ ਨਾਰਮਲ ਟ੍ਰਾਇਲ ਆ, ਵੈਸੇ ਅੰਮ੍ਰਿਤਸਰ ਦੇ ਵਿੱਚ ਚੱਲਣਾ ਕਿਉਂਕਿ ਸੈਸ਼ਨ ਦਾ ਆ, ਮੈਂ ਖੁਦ ਉਸ ਜਗ੍ਹਾ ਦੇ ਉੱਤੇ ਜਾਊਂਗੀ ਔਰ ਇਹਨਾਂ ਨੂੰ ਫ੍ਰੀ ਲੀਗਲ ਏਡ ਪ੍ਰੋਵਾਈਡ ਕਰੂੰਗੀ ਜੀ। ਮੈਂ ਵੀ ਕਿਸੇ ਦੇ ਵੱਲੋਂ ਵੀ ਇਹ ਗੱਲ ਬੋਲਾਂ ਕਿ ਸਿਰਫ ਅੱਗੇ ਮੈਂ ਸਿਰਫ ਉਹ ਵੀ ਹੈਗਾ, ਪਰ ਯੈਸ ਉਹ ਮੇਰਾ ਪਰਸਨਲ ਵੀ ਹੈਗਾ ਆ, ਕਿਉਂਕਿ ਉਹਨਾਂ ਨੇ ਮੈਨੂੰ ਵੀ ਬਹੁਤ ਤੰਗ ਕੀਤਾ, ਜਿਹਦੇ ਕਰਕੇ ਮੇਰੇ ਉਹਨਾਂ ਲੋਕਾਂ ਦਾ ਨੁਕਸਾਨ ਹੋਇਆ ਜਿਨ੍ਹਾਂ ਦੀ ਉਮੀਦ ਮੈਂ ਸੀ। ਮੇਰੇ ਵੀ ਜੀ 55 ਦਿਨਾਂ ਬਾਰੇ ਥੋੜੀ ਜਿਹੀ ਗੱਲ ਕਰਾਂਗੇ ਕਿ 55 ਦਿਨ ਤੁਸੀਂ, ਕਿਉਂਕਿ ਜੇਲ੍ਹਾਂ ਦਾ ਅੰਦਰਲਾ ਸੱਚ ਵੀ ਬਹੁਤ ਵਾਰ ਬਾਹਰ ਆਉਂਦਾ। ਜਦੋਂ ਤੁਸੀਂ ਖੁਦ ਜੇਲ੍ਹ ਦੇ ਵਿੱਚ ਗਏ, ਰੂਪਨਗਰ ਜੇਲ੍ਹ ਦੇ ਵਿੱਚ ਗਏ ਜਾਂ ਹੋਰ ਜੇਲ੍ਹ ਦੇ ਵਿੱਚ ਗਏ, ਉੱਥੋਂ ਦਾ ਜਿਹੜਾ ਐਕਸਪੀਰੀਅੰਸ ਜਿਹੜਾ ਸੀਗਾ, ਤੁਸੀਂ ਕਿਵੇਂ ਦਾ ਰਿਹਾ? ਤੁਹਾਨੂੰ ਕਿਵੇਂ ਦਾ ਮਹਿਸੂਸ ਹੋਇਆ? ਕੀ ਕੁਝ ਉੱਥੇ ਊਣਤਾਈਆਂ ਨੇ, ਕੀ ਕੁਝ ਵਿਵਹਾਰ ਹੁੰਦਾ ਲੋਕਾਂ ਦੇ ਨਾਲ? ਸਰ ਜਿਹੜਾ ਦੇਖੋ ਲੇਡੀਜ਼ ਵਾਲੇ ਦਾ ਸਿਸਟਮ ਆ ਬਹੁਤ ਬੈਟਰ ਆ, ਜਸਟ ਲਾਈਕ ਅ ਹੋਸਟਲ। ਮੈਂ ਵੀ ਕਹਾਂ ਅੰਮ੍ਰਿਤਸਰ ਜੇਲ੍ਹ ਦਾ ਐਕਸਪੀਰੀਅੰਸ ਇਹ ਹੈ ਕਿ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਅੰਦਰ ਸਾਰਾ ਕੁਝ ਹੈਗਾ ਆ। ਅੰਦਰ ਉੱਥੇ ਲਾਇਬ੍ਰੇਰੀ ਆ ਜਿੱਥੇ ਮੈਂ ਸਾਰਾ ਦਿਨ ਬੈਠੀ ਪੜ੍ਹਦੀ ਰਹਿੰਦੀ ਸੀ, ਜਾਂ ਲੇਡੀਜ਼ ਨੂੰ ਜਿਨ੍ਹਾਂ ਨੂੰ ਪੜ੍ਹਨ ਦੀ ਲੋੜ ਆ, ਜਿਹੜੀਆਂ ਇੰਟਰਸਟਿਡ ਹੁੰਦੀਆਂ ਸੀ ਉਹਨਾਂ ਨੂੰ ਪੜ੍ਹਾਉਂਦੀ ਸੀ। ਉੱਥੇ ਕੈਂਟੀਨ ਆ, ਉੱਥੇ ਪਾਰਲਰ ਵੀ ਆ, ਠੀਕ ਆ, ਉੱਥੇ ਲੇਡੀ ਸਟਿਚਿੰਗ ਕਰਦੀਆਂ ਨੇ, ਸਾਰਾ ਕੁਝ। ਮੈਂ ਜੇਲ੍ਹ ਤੋਂ ਸੂਟ ਵੀ ਲੈ ਕੇ, ਮਤਲਬ ਉੱਥੇ ਉਹ ਚੀਜ਼ਾਂ ਹੈਗੀਆਂ ਨੇ, ਮਤਲਬ ਉੱਥੇ ਕੰਮ ਕਰਦੀਆਂ ਨੇ, ਉਹਨਾਂ ਨੂੰ ਪੇ ਵੀ ਕੀਤਾ ਜਾਂਦਾ ਆ। ਜਿਹੜੇ ਇੰਟਰਨੈਸ਼ਨਲ ਜਿਹੜੇ ਹੈਗੇ ਆ ਪ੍ਰਿਜ਼ਨਰ ਹੋ ਗਏ ਜਾਂ ਅੰਡਰ ਟ੍ਰਾਇਲ ਆ, ਉਹਨਾਂ ਨੂੰ ਪ੍ਰੋਪਰ ਉੱਥੇ ਡਾਈਟ ਮਿਲਦੀ ਆ, ਸਰਕਾਰ ਵੱਲੋਂ ਸਹਾਇਤਾ ਮਿਲਦੀ ਆ। ਉੱਥੇ ਪਾਕਿਸਤਾਨੀ ਚੰਦਾ ਆ ਜਿਹੜੀ RDX ਨਾਲ ਫੜੀ ਗਈ ਸੀਗੀ, ਨਾਮ ਪਤਾ ਹੈ ਸਾਰੇ, ਉਹ ਉੱਥੇ ਆ, ਉਹਨੂੰ ਪ੍ਰੋਪਰ ਮਤਲਬ ਸਰਕਾਰ ਵੱਲੋਂ ਉਹਨਾਂ ਦੀ ਸਹਾਇਤਾ ਕੀਤੀ ਜਾਂਦੀ ਆ ਸਾਰਿਆਂ ਵੱਲੋਂ। ਤੇ ਦੂਜੀ ਆ ਜਿਨ੍ਹਾਂ ਨੂੰ ਨਸ਼ੇ ਦੀ ਆਦਤ ਆ, ਉੱਥੇ ਓਟ ਕਲੀਨਿਕ ਹੈਗਾ ਆ, ਤੇ ਉਹਨਾਂ ਨੂੰ ਨਸ਼ਾ ਛਡਾਉਣ ਦੀਆਂ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ, ਡਾਕਟਰ ਰੈਗੂਲਰ ਵਿਜ਼ਿਟ ਕਰਦਾ ਆ। ਤੇ ਬਟ ਪ੍ਰੋਬਲਮ ਫਿਰ ਵੀ ਕਹਿੰਦੇ ਆ ਨਾ ਵੀ ਰਹਿੰਦੀਆਂ ਨੇ, ਹਾਈਜੀਨ ਦੀ ਪ੍ਰੋਬਲਮ ਹੈਗੀ ਆ। 70 ਲੇਡੀਜ਼ ਦੀ ਇੱਕ ਵਾਸ਼ਰੂਮ ਆ, ਸਾਰਿਆਂ ਨੇ ਸ਼ੇਅਰ ਕਰਨਾ। 34 ਜਾਣੇ ਇੱਕ ਬੈਰਕ ਦੇ ਵਿੱਚ ਸੌਂ ਰਹੇ ਆ। ਸੋ ਇਟਸ ਆਬਵੀਅਸਲੀ ਗੱਲ ਆ, ਥੱਲੇ ਸੋਣਾ, ਫਿਰ ਤੁਸੀਂ ਘੱਟ ਉਹਨੇ ਲਿਮਿਟਡ ਕੱਪੜੇ ਰੱਖ ਸਕਦੇ ਹੋ। ਸੋ ਉਹਨਾਂ ਚੀਜ਼ਾਂ ਦੀ ਆਉਂਦੀ ਹੈ। ਪਰ ਤੁਹਾਨੂੰ ਲੱਗਦਾ ਹੈ ਕਿ ਜੋ ਤੁਹਾਡੇ ਜਿਹੜੇ ਦਿਨ ਬੀਤੇ, ਉਹਨਾਂ ਦਿਨਾਂ ਦੇ ਵਿੱਚ ਤੁਹਾਡੇ ਨਾਲ ਜਿਨ੍ਹਾਂ ਲਈ ਤੁਸੀਂ ਖੜਦੇ ਰਹੇ, ਉਹ ਤੁਹਾਡੇ ਨਾਲ ਖੜੇ ਲੋਕ? ਨਹੀਂ ਜੀ, ਬਿਲਕੁਲ ਮੈਂ ਵੀ ਨਹੀਂ ਕਹੂੰਗੀ ਕਿ ਮੇਰੇ ਨਾਲ ਨਹੀਂ ਖੜੇ। ਹਰ ਚੀਜ਼ ਫੇਸਬੁੱਕ ਦੇ ਉੱਤੇ ਦਿਖਾਉਣ ਨੂੰ ਨਹੀਂ ਹੁੰਦੀ ਹੈਗੀ, ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਫੇਸਬੁੱਕ ਤੋਂ ਬਾਹਰ ਵੀ ਹੁੰਦੀਆਂ ਨੇ। ਕਈ ਲੋਕ ਕਹਿੰਦੇ ਆ ਨਾ ਹਰ ਚੀਜ਼ ਪੋਸਟ ਪਾ ਕੇ ਨਹੀਂ ਦਿਖਦੀ ਹੈਗੀ। ਜਿਨ੍ਹਾਂ ਨੇ ਮੇਰਾ ਸਾਥ ਦੇਣਾ ਉਹਨਾਂ ਨੇ ਮੇਰਾ ਸਾਥ ਦਿੱਤਾ ਆ, ਬਹੁਤ ਜ਼ਿਆਦਾ ਸਾਥ ਦਿੱਤਾ। ਮੇਰੀ ਬਾਰ ਐਸੋਸੀਏਸ਼ਨ ਨੇ ਮੇਰਾ ਸਾਥ ਦਿੱਤਾ, ਬਾਰ ਕੌਂਸਲ ਨੇ ਮੇਰਾ ਸਾਥ ਦਿੱਤਾ, ਤੇ ਸਭ ਤੋਂ ਜ਼ਿਆਦਾ ਥੈਂਕਸ ਮੈਂ ਕਰਦੀ ਹਾਂ ਐਡਵੋਕੇਟ ਹਾਕਮਵੀਰ ਜੀ ਦਾ, ਤੇ ਜਿਹੜੇ ਹੁਣ ਵੀ ਮੇਰੇ ਨਾਲ, ਅਸੀਂ NGO ਦੇ ਕੰਮ ਵੀ ਇਕੱਠੇ ਕਰਦੇ ਹਾਂ, ਹੋਰ ਮੁਲਜ਼ਮਾਂ ਦੇ ਮਤਲਬ ਜਿਹੜੇ ਮੁਜਰਮ ਆ ਉਹਨਾਂ ਦੇ ਖਿਲਾਫ, ਪੁਲਿਸ ਦੇ ਖਿਲਾਫ, ਸਾਰੇ ਡਟ ਕੇ ਅਸੀਂ ਇਕੱਠੇ ਖੜੇ ਹਾਂ। ਉਹਨਾਂ ਨੇ ਸਪੈਸ਼ਲ ਕਪੂਰਥਲੇ ਜਾ ਕੇ ਮਤਲਬ ਜਿਹੜੀ ਆਪ ਜ਼ਮਾਨਤ, ਆਪ ਲੜਨਾ ਕੇਸ, ਉਹ ਮੇਰੇ ਲਈ ਬਹੁਤ ਵੱਡੀ ਡੀਲ ਸੀਗੀ। ਫਿਰ ਬਲਤੇਜ ਪੰਨੂ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਆ, ਹੋਰ ਮੇਰੀ ਸਾਰੀ ਟੀਮ, ਮਤਲਬ ਸਾਰਿਆਂ ਨੇ ਬਹੁਤ ਸਾਥ ਦਿੱਤਾ। ਮੈਂ ਕੀ ਕਹਾਂ, ਮੈਂ ਐਵੇਂ ਨਹੀਂ ਕਹਿੰਦੀ ਵੀ ਮੇਰਾ ਨਹੀਂ ਸਾਥ ਦਿੱਤਾ। ਠੀਕ ਹੈ, ਕਈ ਵਾਰੀ ਹੁੰਦਾ ਨਾ ਥੋੜਾ ਜਿਹਾ ਕਿ ਪਛਤਾਵਾ ਵੀ ਹੋ ਜਾਂਦਾ ਹੈ ਕਿ ਮੈਨੂੰ ਇਸ ਤਰ੍ਹਾਂ ਦਾ, ਸ਼ਾਇਦ ਆਪਾਂ ਪੰਜਾਬੀ 'ਚ ਪੰਗਾ ਸ਼ਬਦ ਯੂਜ਼ ਕਰ ਲੈਂਦੇ ਹਾਂ, ਕਿ ਮੈਂ ਉਸ ਤਰ੍ਹਾਂ ਦਾ ਨਹੀਂ ਲੈਣਾ ਚਾਹੀਦਾ ਸੀ, ਉਸ ਤਰ੍ਹਾਂ ਮੈਨੂੰ ਨਹੀਂ ਕਰਨਾ ਚਾਹੀਦਾ ਸੀ। ਨਹੀਂ, ਇਹੋ ਜਿਹਾ ਮੈਨੂੰ ਕਦੇ ਵੀ ਕੁਝ ਨਹੀਂ ਹੋਇਆ, ਕਿਉਂਕਿ ਮੈਨੂੰ ਮੋਰਾਲ ਆਪ ਰੱਖੀ। ਮੈਨੂੰ ਪਹਿਲਾਂ ਥੋੜਾ ਜਿਹਾ ਡਰ ਲੱਗ ਰਿਹਾ ਸੀਗਾ ਮੇਰੀ ਫੈਮਿਲੀ ਕਰਕੇ, ਬਟ ਜਦੋਂ ਮੈਂ ਅਰੈਸਟ ਹੋ ਗਈ ਤਾਂ ਮੇਰੇ ਤਾਇਆ ਜੀ ਇੰਡੀਆ ਆਏ ਹੋਏ ਆ, ਮੈਂ ਉਹਨਾਂ ਨੂੰ ਪਾਪਾ ਹੀ ਕਹਿੰਦੀ ਆ। ਪਾਪਾ ਮੈਨੂੰ ਕਹਿੰਦੇ ਪੁੱਤ ਜਾਂ ਤਾਂ ਰਾਹ ਤੇ ਤੁਰਦੀ ਨਾ, ਤੇ ਜੇ ਹੁਣ ਤੁਰ ਪਈ ਆ
ਤਾਂ ਹੁਣ ਘਬਰਾਉਣਾ ਨਹੀਂਗਾ। ਠੀਕ ਮਤਲਬ ਹੈ। ਜਦੋਂ ਦੂਜੀ FIR ਹੋਈ ਫੈਮਿਲੀ 'ਚ ਥੋੜਾ ਹੋ ਜਾਂਦੇ ਨੇ, ਸੋ ਉਹਨਾਂ ਨੇ ਪੂਰਾ ਮੈਨੂੰ ਹੌਸਲਾ ਦਿੱਤਾ। ਮੈਂ ਇੱਥੇ ਇਹ ਵੀ ਮੈਂਸ਼ਨ ਕਰਨਾ ਚਾਹੂੰਗੀ, ਜਿਵੇਂ ਤੁਹਾਨੂੰ ਪਤਾ ਹੈ ਕਿ ਮੈਂ ਜਸਪਾਲ ਕੇਸ ਨੂੰ ਲੈ ਕੇ ਬਹੁਤ ਹੋ ਰਹੀ ਹਾਂ, ਜੀ ਜੀ ਜਿਹੜਾ ਫਰੀਦਕੋਟ ਮੁੰਡਾ ਉਹ, ਬਿਲਕੁਲ ਤੇ ਜਸਪਾਲ ਦੇ ਮਦਰ ਨੇ, ਉਹਦੇ ਮਾਮਾ ਜੀ ਨੇ ਖੁਦ ਰੰਗਰੇਟੇ ਨੂੰ ਵੀ ਫੋਨ ਕੀਤਾ ਵੀ ਤੁਸੀਂ ਕੁੜੀ ਨੂੰ ਕਾਹਤੇ ਤੰਗ ਕਰ ਰਹੇ ਹੋ, ਜੀ। ਐਂਡ ਉਹ ਵਿਚਾਰੇ ਮੈਨੂੰ ਮਿਲਣ ਆਏ ਉੱਥੇ, ਚਲੋ ਮਿਲਣ ਨਹੀਂ ਦਿੱਤਾ ਗਿਆ। ਸੋ ਮੈਨੂੰ ਬਹੁਤ ਲੋਕਾਂ ਨੇ ਮਿਲਣ ਲਈ ਉੱਥੇ ਕਈ ਪਰ ਬਾਹਰ ਆ ਰੰਗਰੇਟਾ ਕੇ ਹੋਰਾਂ ਦੇ ਨਾਲ ਸਾਡੀ ਵੀ ਗੱਲ ਹੁੰਦੀ ਰਹੀ ਆ, ਉਹ ਕਹਿੰਦੇ ਕਿ ਤੁਸੀਂ ਚਲੋ ਵੈਸੇ ਤਾਂ ਗੱਲ ਪੁਰਾਣੀ ਹੋ ਗਈ, ਪਰ ਉਹ ਕਹਿੰਦੇ ਕਿ ਤੁਸੀਂ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤਾ, ਤੁਸੀਂ ਈਗੋਇਸਟ ਢੰਗ ਦੇ ਨਾਲ ਗੱਲਬਾਤ ਕੀਤੀ, ਕਿ ਇਸ ਕਰਕੇ ਜਿਹੜੀ ਤੁਸੀਂ ਜੋ ਸ਼ਬਦਾਵਲੀ ਬੋਲੀ ਸੀਗੀ, ਇਸ ਕਰਕੇ ਤੁਹਾਨੂੰ ਸਬਕ ਸਿਖਾਉਣਾ ਜ਼ਰੂਰੀ ਸੀਗਾ। ਨਹੀਂ ਜੀ, ਹਾਈ ਕੋਰਟ ਨੇ ਜਿਹੜੀ ਮੇਰੀ ਜ਼ਮਾਨਤ ਆਰਡਰ ਦਿੱਤਾ ਨਾ ਜੀ, ਉਹਦੇ ਵਿੱਚ ਪਰਫੈਕਟਲੀ ਕੱਲੀ ਚੀਜ਼ ਮੈਂਸ਼ਨ ਕੀਤੀ ਆ ਜੀ ਕਿ ਮੈਂ ਕੀਤੀ ਆ, ਕਿਉਂਕਿ ਮੈਂ ਇੱਕ ਇਨਸਾਨ ਦੇ ਪਰਿਵਰਤਨ ਦੀ ਗੱਲ ਕੀਤੀ ਸੀਗੀ ਜੀ। ਮੈਂ ਦੁਬਾਰਾ ਬਾਰ-ਬਾਰ ਦੱਸਿਆ ਕਿ ਮੈਂ ਕੋਈ ਰਿਲੀਜੀਅਸ ਫੀਲਿੰਗ ਹਰਟ ਕਰਨਾ ਜੋ ਉਹ ਜਿਹੀ ਚੀਜ਼, ਪਹਿਲੀ ਆ ਕਿ ਨਾ ਤਾਂ ਮੇਰੇ ਤੇ SC ST ਐਕਟ ਅਟਰੈਕਟ ਕਰਦਾ ਆ, ਨਾ ਹੀ 295A ਲੱਗਦੀ ਆ। 295A ਲੱਗਣ ਦੇ ਲਈ ਥੋੜੀ ਨਾ ਮੈਲਾਫਾਈਡ ਇੰਟੈਂਸ਼ਨ ਚਾਹੀਦੀ ਹੁੰਦੀ ਆ, ਸੋ ਮੇਰੀ ਮੈਲਾਫਾਈਡ ਇੰਟੈਂਸ਼ਨ ਹੈ ਨਹੀਂ। ਤੇ ਇੱਕ ਹੈ ਮਹਿੰਦਰ ਸਿੰਘ ਧੋਨੀ ਦੀ ਜੱਜਮੈਂਟ ਆ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਆ ਕਿ ਜੇ ਬੰਦਾ ਨਾਲ ਦੀ ਨਾਲ ਕੋਈ ਕੇਅਰਲੈਸਲੀ ਵਰਡ ਯੂਜ਼ ਕਰਤਾ ਤੇ ਨਾਲ ਦੀ ਨਾਲ ਮਾਫੀ ਮੰਗ ਲੈਂਦਾ ਆ ਤਾਂ ਉਹ ਕ੍ਰਾਈਮ ਨਹੀਂ ਬਣਦਾ ਹੈਗਾ। ਪਰ ਤੁਹਾਡੇ ਤੇ ਪਰਚਾ ਕਿਉਂ ਹੋਇਆ ਫਿਰ? ਇੱਕ ਤੋਂ ਬਾਅਦ ਦੂਜਾ ਪਰਚਾ ਕਿਉਂ ਹੋ ਗਿਆ ਫਿਰ? ਪਰਚਾ ਪੋਲੀਟੀਕਲ ਪ੍ਰੈਸ਼ਰ, ਇਹਨਾਂ ਨੇ ਤਾਂ ਜੀ 22 ਕਰਨੇ ਸੀਗੇ, 13 FIR ਰਜਿਸਟਰ ਹੋਣ ਦੀ ਖਬਰ ਹੈਗੀ ਆ। ਇਹ ਤਾਂ ਹੁਣ ਹਾਈ ਕੋਰਟ ਦੀਆਂ ਡਾਇਰੈਕਸ਼ਨ ਦੇ ਕਰਕੇ ਮੇਰੀ ਅਰੈਸਟ ਸਟੇ ਆ ਕਿਸੇ ਵੀ FIR ਦੇ ਵਿੱਚ। ਠੀਕ ਹੈ। ਇੱਕ ਸਵਾਲ ਸੀਗਾ ਕਿ ਠੀਕ ਹੈ, ਤੁਸੀਂ ਕੰਟੀਨਿਊ ਕਰੋ। ਮੈਂ ਕਿਹਾ ਜੀ 22 FIR ਕਰਾਉਣੀਆਂ ਸੀਗੀ। ਇਹਨਾਂ ਦੇ ਭੜਕਾਊ ਭਾਸ਼ਣ ਮੇਰੇ ਕੋਲ ਗੱਲ ਆ ਕਿ ਮੈਂ ਇਹ ਬਾਰ-ਬਾਰ ਮੈਨੂੰ ਕੀ ਕਹਿ ਰਹੇ, ਹੁਣ ਵੀ ਕਹਿ ਰਹੇ ਆ ਕਿ ਟੇਬਲ ਟਾਕ ਤੇ ਆ ਜਾ। ਰੰਗਰੇਟੇ ਨੇ ਮੇਰੀ ਫੇਸਬੁੱਕ ਦੇ ਉੱਤੇ ਕਮੈਂਟ ਕੀਤਾ, ਇੱਕ ਰੋਨੀ ਗਿੱਲ ਨੇ ਵੀ ਕੀਤਾ, ਜੀ ਅਸੀਂ ਟੇਬਲ ਟਾਕ ਲਈ ਤਿਆਰ ਆ ਤੁਹਾਡੇ ਨਾਲ। ਮੈਂ ਟੇਬਲ ਟਾਕ ਕਿਉਂ ਕਰਾਂ? ਜੇ ਮੈਂ ਟੇਬਲ ਟਾਕ ਕਰਨੀ ਹੁੰਦੀ ਮੈਂ 55 ਦਿਨ ਅੰਦਰ ਹੀ ਨਾ ਲਾਉਂਦੀ, ਮੈਂ ਪਹਿਲਾਂ ਹੀ ਕਰ ਲੈਂਦੀ। ਕਿਤੇ ਉਹਨਾਂ ਨੂੰ ਇਹ ਤਾਂ ਨਹੀਂ ਲੱਗਦਾ ਕਿ ਇਸ ਕੇਸ ਦੇ ਪਿੱਛੇ ਕਿਤੇ ਨਾ ਕਿਤੇ ਤੁਸੀਂ ਹੋ, ਕਿਤੇ ਨਾ ਕਿਤੇ? ਨਹੀਂ, ਮੇਰਾ ਦੇਖੋ ਜੀ, ਨਾ ਤਾਂ ਮੈਂ ਇਹਨਾਂ ਦੇ SC ਕਮਿਸ਼ਨ ਦੇ ਹੈਗੇ ਨੇ ਤਰਸੇਮ ਜੀ ਜਿਨ੍ਹਾਂ ਨੇ ਕਰਾਇਆ ਆ, ਮੈਂ ਉਹਨਾਂ ਨੂੰ ਜਾਣਦੀ ਤੱਕ ਨਹੀਂ ਗਈ, ਠੀਕ ਆ। ਜੇ ਮੇਰੇ ਉਹਨਾਂ ਨਾਲ ਪਹਿਲਾਂ ਹੀ ਜਾਣ ਪਛਾਣ ਹੁੰਦੀ ਫਿਰ ਮੈਂ ਆਪਣੇ ਤੇ SC ST ਐਕਟ ਲਵਾ ਕੇ ਮੈਂ ਲੱਗਣ ਦੇਤਾ, ਮੈਂ ਪਹਿਲਾਂ ਹੀ ਨਾ ਹਟਾ ਲੈਂਦੀ। ਤੇ ਜੇ ਐਡੀ ਮੇਰੇ ਲਿੰਕ ਹੁੰਦੇ ਫਿਰ ਮੇਰੇ ਤੇ FIR ਨਾ ਹੁੰਦੀ, ਮੇਰੀ FIR ਕੈਂਸਲ ਹੋ ਜਾਂਦੀ। ਇਹ ਤਾਂ ਸਾਹਮਣੇ ਆ ਤੁਹਾਡੇ, ਨਾਲੇ ਮੇਰਾ ਇਹ ਚ ਕੀ ਹੱਥ ਹੋ ਸਕਦਾ? ਹਾਂ ਠੀਕ ਆ, ਜੇ ਮੈਨੂੰ ਉਹ ਲੇਡੀਜ਼ ਮਿਲ ਗਈਆਂ ਜਿਨ੍ਹਾਂ ਦੀਆਂ ਲੈਟਰਸ ਨੇ, ਬਾਕੀ ਇੱਕ ਮਿਲੀ ਆ ਜੀ, ਮੈਂ ਉਹਦੀ ਠੋਕ ਕੇ ਸਪੋਰਟ ਕਰੂੰਗੀ, ਬਿਨਾਂ ਡਰ ਕਰੂੰਗੀ ਜੀ। ਪਰ ਜਦੋਂ ਤੁਹਾਡੇ ਕੋਲ ਲੈਟਰ ਆਇਆ, ਮੈਂ ਤੁਹਾਡੇ ਮਾਧਿਅਮ ਤੋਂ ਇਹ ਵੀ ਦੱਸ ਦੇਣਾ ਚਾਹੁੰਦੀ ਹਾਂ ਕਿ ਹੋਰ ਲੇਡੀਜ਼ ਵੀ ਜਿਨ੍ਹਾਂ ਨੇ, ਉਹ ਮੈਨੂੰ ਇੱਕ ਵਾਰ ਦੁਬਾਰਾ ਕਾਲ ਕਰ ਲੈਣ। ਇੱਕ ਤਾਂ ਮੈਨੂੰ ਲੱਭ ਗਈ ਆ, 2 ਇਹ ਹੋ ਗਈਆਂ, ਹੋਰ ਮੈਨੂੰ ਸੰਪਰਕ ਕਰ ਲੈਣ, ਮੈਂ ਗਰੰਟਡ ਉਹਨਾਂ ਦੀ ਮਦਦ ਕਰੂੰਗੀ। ਇਹ ਨਹੀਂ ਕਿ ਉਹਨਾਂ ਨੇ ਮੇਰੇ ਨਾਲ ਕੀਤਾ। ਗੱਲ ਇਹ ਆ ਕਿ ਧਾਰਮਿਕ ਆਸਥਾ ਨੂੰ ਗਲਤ ਤਰੀਕੇ ਨਾਲ ਵਰਤਣਾ, ਇਹੀ ਸਾਧ ਨਹੀਂ, ਹੋਰ ਪਤਾ ਨਹੀਂ ਕਿੰਨੇ ਸਾਧ ਆ, ਜਿਹੜੇ ਡੇਰੇ ਆ, ਜਿਹੜੇ ਏਦਾਂ ਦੀਆਂ ਮਤਲਬ ਆਸਥਾ ਤੇ ਇੱਜ਼ਤ ਦੇ ਨਾਲ ਖਿਲਵਾੜ ਕਰਦੇ ਆ, ਤੇ ਉਹ ਕੱਲੇ ਦੇ ਮੈਂ ਵਿਰੋਧ ਆ। ਪਰ ਲੈਟਰ ਤਾਂ ਤੁਹਾਡੇ ਕੋਲੇ ਪਹਿਲਾਂ ਆ ਗਈ ਸੀ, ਉਦੋਂ ਤੁਸੀਂ ਕਾਰਵਾਈ ਦੇ ਲਈ ਕੋਈ ਅੱਗੇ ਨਹੀਂ ਆਈ? ਸਰ ਮੇਰੇ ਕੋਲ ਤਾਂ ਲੈਟਰ ਹੋਰ ਵੀ ਬਹੁਤ ਚੀਜ਼ਾਂ ਦੇ ਖਿਲਾਫ ਪਏ ਨੇ ਜੀ। ਜਦ ਤੱਕ ਤੁਹਾਡੇ ਕੋਲ ਐਵੀਡੈਂਸ ਨਾ ਹੋਵੇ, ਗੁਮਨਾਮ ਹੋਵੇ, ਤੁਸੀਂ ਕੀ ਕਰੋਗੇ? ਗੁਮਨਾਮ ਲੈਟਰ ਤਾਂ ਕੱਲ ਨੂੰ ਆ ਕੇ ਮੈਨੂੰ ਕੋਈ ਵੈਸੇ ਵੀ ਲਿਖ ਕੇ ਪਾ ਦੂਗਾ, ਮੈਂ ਫਿਰ ਕੀ ਕਰੂੰਗੀ? ਹਰ ਚੀਜ਼ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਕਰ ਸਕਦੇ। ਮੈਂ ਇੱਕ ਲਾਇਰ ਆ, ਐਵੀਡੈਂਸ ਆਰ ਵੈਰੀ ਇੰਪੋਰਟੈਂਟ। ਤੁਹਾਡੇ ਕੋਲ ਤਾਂ ਕੱਲ ਨੂੰ ਬੈਠੀ ਹੈ, ਮੈਨੂੰ ਕੋਈ ਵੀ ਆ ਕੇ ਸਿੱਟ ਜੂਗਾ, ਮੈਂ ਕਿਵੇਂ ਯਕੀਨ ਕਰ ਲਾਂ ਨਾ ਵੀ ਉਹ ਸੱਚ ਆ? ਜਦ ਤੱਕ ਸਾਹਮਣੇ ਨਹੀਂ ਆਉਂਦਾ, ਜਦ ਤੱਕ ਸਾਹਮਣੇ ਆ ਕੇ ਮੈਨੂੰ 2017 ਦੇ ਵਿੱਚ ਕਿਸੇ ਨੇ ਕਾਲ ਕੀਤੀ ਕਿ ਇੱਕ ਇੱਥੇ ਹੈ ਸਿੱਖ ਸੰਸਥਾ ਆ, ਮਤਲਬ ਸਕੂਲ ਆ ਬੱਚਿਆਂ ਦਾ, ਹਿਮਾਚਲ ਵਾਲੇ ਪਾਸੇ, ਬਹੁਤ ਫੇਮਸ ਆ। ਜੀ ਸਮਝ ਗਏ ਅਸੀਂ। ਸਮਝ ਗਏ ਤੁਸੀਂ? ਉਹਦੇ ਖਿਲਾਫ ਵੀ ਮੇਰੇ ਕੋਲ ਕੰਪਲੇਂਟਸ ਆਈਆਂ, ਪਰ ਜਦ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ, ਦੱਸੋ ਮੈਂ ਕੀ ਕਰਾਂ? ਇਹ ਕਿਵੇਂ ਦੀਆਂ ਕੰਪਲੇਂਟਸ ਹੁੰਦੀਆਂ ਨੇ? ਜਿਵੇਂ ਤੁਸੀਂ ਜਦੋਂ ਤੁਹਾਡੇ ਕੋਲ ਆਉਂਦੀਆਂ ਨੇ? ਮੇਰੇ ਕੋਲ ਜ਼ਿਆਦਾ ਹੁੰਦੀਆਂ ਨੇ ਸੈਕਸ ਅਬਿਊਜ਼ ਦੀਆਂ ਹੁੰਦੀਆਂ ਨੇ, ਕਿਉਂਕਿ ਮੈਂ ਚਾਈਲਡ ਅਬਿਊਜ਼ ਤੇ ਸੈਕਸ ਅਬਿਊਜ਼ ਦੇ ਉੱਤੇ ਹੀ ਕੰਮ ਕਰਦੀ ਆ ਜ਼ਿਆਦਾ। ਮੈਂ ਆਫੈਂਸ ਅਗੇਂਸਟ ਵਿਮਨ ਦੇਖਦੀ ਆ। ਸੋ ਜਿਹੜੀ ਆਹ ਵਾਲੇ ਮੈਂ ਜਿਹੜੇ ਸਕੂਲ ਤੇ, ਉਹ ਤੁਹਾਨੂੰ ਦੱਸਿਆ ਹੀ ਆ ਕਿ ਸਿੱਖ ਧਰਮ ਦੇ ਵਿੱਚ ਬੜਾ ਉੱਚਾ ਨਾਮ ਉਹਨਾਂ ਦਾ, ਵੀ ਬੱਚਿਆਂ ਨੂੰ ਬੜੀ ਵਧੀਆ ਸਿੱਖਿਆ ਦਿੱਤੀ ਜਾਂਦੀ ਆ। ਉੱਥੇ ਬੱਚਿਆਂ ਦੇ ਨਾਲ ਵਾਇਲੈਂਸ ਹੁੰਦੀ ਆ, ਫੀਮੇਲ ਮੇਲ ਦੋਨਾਂ ਦੇ ਨਾਲ, ਤੇ ਉੱਥੇ ਕੁੜੀਆਂ ਦਾ ਸੈਕਸ ਅਬਿਊਜ਼ ਹੁੰਦਾ ਆ ਜੀ। ਸੋ ਉਹਦੇ ਜੇ ਮੈਨੂੰ ਇੱਥੋਂ ਹੁਣ ਜਿਨ੍ਹਾਂ ਨੂੰ ਸਮਝ ਆ ਗਈ ਹੈ, ਜੇ ਉਹ ਮੈਨੂੰ ਹੁਣ ਵੀ ਆ ਕੇ ਸੰਪਰਕ ਕਰ ਲੈਣ, ਮੈਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੀ। ਅੱਛਾ, ਇਹ ਦੱਸੋ ਕਿ ਵੱਡੇ ਪੱਧਰ ਤੇ ਸ਼ੋਸ਼ਣ ਹੋ ਰਿਹਾ ਤੁਹਾਨੂੰ ਲੱਗਦਾ, ਜਿਵੇਂ ਤੁਹਾਡੇ ਕੋਲੇ ਕਿ ਤੁਸੀਂ ਕਹਿੰਦੇ ਹੋ ਕੋਈ ਕਾਲਸ ਆਉਂਦੀਆਂ ਨੇ ਸਾਨੂੰ? ਸਰ ਅੱਜ ਸਵੇਰੇ ਮੇਰੇ ਕੋਲ ਇੱਕ ਕੁੜੀ ਦਾ ਜਲੰਧਰ ਤੋਂ ਫੋਨ ਆਇਆ ਆ ਜੀ,
ਠੀਕ ਹੈ ਜੀ, ਉਹਦੀ ਰਿਕਾਰਡਿੰਗ ਵੀ ਮੇਰੇ ਕੋਲ ਪਈ ਹੈ। ਮੈਂ ਬੱਚੀ ਦੀ ਰਿਵੀਲ ਨਹੀਂ ਕਰ ਸਕਦੀ। ਮੈਂ ਉਹ ਬੱਚੀ ਇਹ ਦੱਸ ਰਹੀ ਆ ਕਿ ਉਹਦੇ ਬ੍ਰਦਰ ਨੇ ਮਲੇਸ਼ੀਆ ਤੋਂ ਵਾਪਸ ਆਉਣਾ ਆ ਜੀ। ਉਹਦਾ ਬ੍ਰਦਰ ਉਹਦੇ ਨਾਲ ਪਹਿਲਾਂ ਵੀ ਗਲਤ ਕਰਦਾ ਰਿਹਾ। ਉਹ ਰੋ ਰਹੀ ਸੀਗੀ ਕਿ ਉਹ ਵਾਪਸ ਆ ਗਿਆ ਤਾਂ ਮੇਰੇ ਨਾਲ ਦੁਬਾਰਾ ਗਲਤ ਕਰੂਗਾ। ਹੁਣ ਮੈਂ ਇਦੋਂ ਬਾਅਦ ਤੁਹਾਨੂੰ ਕੀ ਦੱਸਦਾ। ਫਿਰ ਨਿਊਜ਼ ਕਿਸੇ ਨੇ ਚੱਕੀ ਨਹੀਂ ਗਈ। ਮਹੇਸ਼ਰੀ ਪਿੰਡ ਸੁਣਿਆ ਤੁਸੀਂ, ਮੋਗੇ ਕੋਲ ਆ ਜੀ। ਉੱਥੇ 24 ਮਾਰਚ ਨੂੰ ਇੱਕ ਬੱਚਾ ਆ ਸੁਖਪ੍ਰੀਤ, ਜਿਹਨੂੰ ਬਲਾਤਕਾਰ ਕਰਕੇ, ਮੁੰਡਾ ਆ ਜੀ ਸੁਖਪ੍ਰੀਤ ਸਿੰਘ, ਉਹਨੂੰ ਬਲਾਤਕਾਰ ਕਰਕੇ ਉਹਦੇ ਪਿੰਡ ਦੇ ਇਹ ਗਵਾਂਢੀ ਨੇ ਉਹਨੂੰ ਸਾੜ ਕੇ ਮਾਰਤਾ ਜੀ। ਠੀਕ। ਫਿਰ ਬਾਕੀ ਖਬਰਾਂ ਤਾਂ ਤੁਸੀਂ ਵੀ ਕਵਰ ਕਰਦੇ ਹੀ ਹੋ, ਤੁਹਾਨੂੰ ਪਤਾ ਹੀ ਆ। ਪਰ ਗੱਲ ਇਹ ਹੈ ਕੁਝ ਖਬਰਾਂ ਮੀਡੀਆ 'ਚ ਆ ਜਾਂਦੀਆਂ ਨੇ ਜੀ ਤੇ ਮੈਕਸਿਮਮ ਮੀਡੀਆ 'ਚ ਨਹੀਂ ਆਉਂਦੀਆਂ, ਕਿਉਂਕਿ ਲੋਕਾਂ ਦੀ ਹਿੰਮਤ ਹੈ। ਸਾਡਾ ਵੀ ਇਹੀ ਹੁੰਦਾ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਸਿਰਫ ਮੀਡੀਆ 'ਚ ਉਦੋਂ ਲੈ ਕੇ ਆਈਏ ਜਦੋਂ ਸਾਡੇ ਹੱਥ ਖੜੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਵੈਰੀਫਾਈ ਕਰਨ ਤੋਂ ਬਾਅਦ ਹੀ ਜਿਹੜੀਆਂ ਆਉਂਦੀਆਂ ਨੇ। ਬਹੁਤ ਸਾਰੇ ਗੱਲਾਂ ਦੇ ਵਿੱਚ ਕੋਈ ਸਬੂਤ ਨਹੀਂ ਹੁੰਦਾ, ਕੋਈ ਬੋਲਦਾ ਨਹੀਂ, ਵਨ ਸਾਈਡਡ ਗੱਲ ਹੋ ਜਾਂਦੀ ਹੈ, ਫਿਰ ਉੱਥੇ ਮੁਸ਼ਕਿਲ ਹੁੰਦਾ। ਸਰ ਪਤਾ ਕੀ ਆ, ਮੇਰੇ ਨਾਲ ਕੀ ਹੋਇਆ ਸੀ ਲਾਸਟ ਈਅਰ ਨਾ, ਮੈਨੂੰ ਮਖੂ ਤੋਂ ਇੱਕ ਕੁੜੀ ਨੇ ਕੰਟੈਕਟ ਕੀਤਾ ਕਿ ਮੇਰੇ ਨਾਲ ਨਾ ਗੈਂਗ ਰੇਪ ਹੋਇਆ, ਮੇਰੀ ਮਾਂ ਨੇ ਮੈਨੂੰ ਵੇਚਤਾ ਜੀ। ਪਰ ਜਦੋਂ ਮੈਂ ਵੈਰੀਫਾਈ ਕੀਤਾ ਕੇਸ, ਮੈਂ ਹਾਈ ਕੋਰਟ ਤੋਂ ਡਾਇਰੈਕਸ਼ਨ ਵੀ ਕਰਾਤੇ, ਜਦੋਂ ਵੈਰੀਫਾਈ ਕੀਤਾ ਉਹ ਕੁੜੀ ਗਲਤ ਸੀਗੀ। ਬਿਲਕੁਲ ਉਹਦੀ ਮਦਰ ਨੇ ਵੇਚਿਆ ਨਹੀਂ ਸੀਗਾ, ਉਹਦੀ ਇੱਕ 올ਡ ਏਜ ਦੇ ਨਾਲ ਵਿਆਹ ਕਰਦਾ। ਚਲੋ ਉਹਦੇ ਨਾਲ ਵੀ ਧੱਕਾ ਤਾਂ ਹੋਇਆ ਸੀਗਾ, ਪਰ ਉੱਥੇ ਕੋਈ ਗੈਂਗ ਰੇਪ ਵਾਲੀ ਗੱਲ ਨਹੀਂ ਸੀਗੀ, ਕੋਈ ਉਹਨੂੰ ਬੰਨ ਕੇ ਰੱਖਣ ਵਾਲੀ ਗੱਲ ਨਹੀਂ। ਉਸ ਸਮੇਂ ਮੈਂ ਸਬਕ ਲੈ ਲਿਆ ਸੀਗਾ ਕਿ ਜਦ ਤੱਕ ਮੇਰੇ ਕੋਲ ਪੂਰੇ ਸਬੂਤ ਨਹੀਂ ਨਾ ਹੋਣਗੇ ਮੈਂ ਐਕਸ਼ਨ ਨਹੀਂ ਲਵਾਂਗੀ। ਠੀਕ ਹੈ, ਗੱਲ ਇਹ ਆ ਜੀ। ਗੁਰੂਆਂ ਪੀਰਾਂ ਦੀ ਧਰਤੀ ਅਸੀਂ ਪੰਜਾਬ ਨੂੰ ਕਹਿੰਦੇ ਆ, ਬਾਬੇ ਨਾਨਕ ਦੀ ਅਸੀਂ ਧਰਤੀ ਪੰਜਾਬ ਨੂੰ ਕਹਿੰਦੇ ਆ। ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਧਰਮ ਨੇ, ਸਿੱਖ ਹੈ, ਹਿੰਦੂ ਹੈ, ਤੇ ਮਜ਼ਹਬ ਦੇ ਨਾਮ ਤੇ ਇੱਥੇ ਲੜਾਈ ਝਗੜੇ ਵੀ ਹੁੰਦੇ ਨੇ। ਪਰ ਇਸੇ ਧਰਤੀ ਤੇ ਜਿਵੇਂ ਦੀਆਂ ਤੁਸੀਂ ਗੱਲਾਂ ਦੱਸਦੇ ਹੋ ਕਿ ਇਸ ਤਰ੍ਹਾਂ ਦਾ ਕ੍ਰਾਈਮ, ਇਸ ਤਰ੍ਹਾਂ ਦਾ ਅਪਰਾਧ, ਇਸ ਤਰ੍ਹਾਂ ਦਾ ਸ਼ੋਸ਼ਣ ਵੀ ਲਗਾਤਾਰ ਹੋ ਰਿਹਾ। ਸਰ ਹਰ ਦੂਜੀ ਕੁੜੀ ਲਾ ਲਓ, ਹਰ ਦੂਜੀ ਕੁੜੀ ਚਾਈਲਡ ਅਬਿਊਜ਼ ਫੇਸ ਕਰਦੀ ਆ ਆਪਦੇ ਰਿਸ਼ਤੇਦਾਰਾਂ ਦੇ ਹੱਥੋਂ, ਕਿਸੇ ਨਾ ਕਿਸੇ ਰੂਪ ਚ। ਹਰ 13ਵਾਂ ਮੁੰਡਾ ਆਪਦੀ ਛੋਟੀ ਉਮਰ ਦੇ ਵਿੱਚ ਚਾਈਲਡ ਸੈਕਸ ਅਬਿਊਜ਼ ਫੇਸ ਕਰਦਾ ਆ। ਤੇ ਧਰਤੀ ਆ ਜੀ, ਸਾਡੇ ਪੰਜਾਬ ਦੇ ਵਿੱਚ ਪਰਸੋਂ ਕਹਿੰਦੇ ਕਿ ਮੇਰੀ 2 ਸਾਲ ਦੀ ਬੇਟੀ ਦੇ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਕੇ ਮੇਰੇ ਉੱਤੇ ਰੇਪ ਦੀ ਝੂਠੀ FIR ਕਰਾਤੀ। ਠੀਕ। ਫਿਰ ਉਦੋਂ ਬਾਅਦ ਵਿੱਚ ਚਲੋ ਮੈਡੀਕਲ ਹੋਇਆ ਐਂਡ ਆਲ, ਬਹੁਤ ਉੱਥੇ ਹੰਗਾਮਾ ਹੋਇਆ ਤੇ ਉਹਨੂੰ ਬਰੀ ਕਰ ਦਿੱਤਾ ਕੋਰਟ ਨੇ। ਸੋਚੋ ਵੀ ਆਹ ਚੀਜ਼ਾਂ ਹੁੰਦੀਆਂ ਨੇ। ਸਵਾਲ ਇਹ ਹੈ ਕਿ ਜਿਹੜੀ ਇਨਸਾਫ ਦੀ ਲੜਾਈ ਹੈ, ਜਿਹੜੀ ਤੁਸੀਂ, ਤੁਹਾਡੇ ਕੋਲ ਇਸ ਤਰ੍ਹਾਂ ਦੇ ਕੇਸ ਆਉਂਦੇ ਨੇ, ਤੁਸੀਂ ਲੜਦੇ ਰਹੋਗੇ ਇਹ ਸਾਰੀ? ਸਰ ਆਬਵੀਅਸ ਜੀ ਗੱਲ ਆ, ਜੇ ਮੈਂ ਛੱਡਣਾ ਹੁੰਦਾ ਤਾਂ ਫਿਰ ਮੈਂ ਪਹਿਲਾਂ ਹੀ ਛੱਡ ਦਿੰਦੀ। ਇਹ ਤਾਂ ਸਾਰੀ ਜ਼ਿੰਦਗੀ ਚੱਲੇਗਾ ਜਿੰਨੀ ਦੇਰ ਮੇਰੇ ਸਾਹ ਚੱਲਦੇ ਨੇ, ਕਿਉਂਕਿ ਮੈਂ ਆਪ ਆਪਣੇ ਬਚਪਨ ਦੇ ਵਿੱਚ ਇਹ ਚੀਜ਼ਾਂ ਫੇਸ ਕੀਤੀਆਂ ਨੇ, ਮੈਂ ਆਪਣੀ ਜ਼ਿੰਦਗੀ 'ਚ ਫੇਸ ਕੀਤੀਆਂ, ਮੈਂ ਆਪ ਵਿਕਟਮ ਰਹੀ ਹਾਂ। ਸੋ ਇਹਨਾਂ ਚੀਜ਼ਾਂ ਨੂੰ ਮੈਂ ਬਹੁਤ ਨੇੜਿਓਂ ਅੰਡਰਸਟੈਂਡ ਕਰ ਸਕਦੀ ਹਾਂ, ਮੈਂ ਉਹਨਾਂ ਦੇ ਦਰਦ ਨੂੰ ਸਮਝ ਸਕਦੀ ਹਾਂ। ਤੁਹਾਨੂੰ ਥ੍ਰੈਟ ਆਉਂਦੇ ਨੇ ਕਦੇ ਰੋਕਣ ਲਈ? ਸਰ ਜਿਨ੍ਹਾਂ ਨੇ ਜੇਲ੍ਹ 'ਚ ਪਹੁੰਚਾਦਾ, ਇਦੋਂ ਵੱਡੇ ਥ੍ਰੈਟ ਹੋਰ ਕੀ ਹੋਣਗੇ ਤੁਸੀਂ ਆਪ ਸੋਚ ਲਓ। ਗਾਲਾਂ ਵੀ ਆਉਂਦੀਆਂ ਨੇ, ਗਲਤ ਫੋਨ ਵੀ ਆਉਂਦੇ ਨੇ, ਹਜੇ ਤੱਕ ਚੱਲਦੇ ਨੇ। ਸਾਡੀ ਚਾਰ ਬੰਦੇ ਆ ਫੋਨ ਅਟੈਂਡ ਕਰਦੇ ਆ। ਕਈ ਲੋਕ ਬਦਨਾਮ ਕਰਨ ਲਈ ਕਹਿ ਦਿੰਦੇ ਤੁਸੀਂ ਕਾਲ ਨਹੀਂ ਚੱਕਦੇ ਕਿਉਂਕਿ ਸਾਰਿਆਂ ਦੀ ਕਾਲ ਨਹੀਂ ਅਟੈਂਡ। ਸਭ ਬਹੁਤ ਕੁਝ ਹੁੰਦਾ ਆ। ਤੇ ਜਿਹੜੇ ਧਾਰਮਿਕ ਡੇਰਿਆਂ, ਸੋ ਕਾਲਡ ਧਾਰਮਿਕ ਡੇਰਿਆਂ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਛੱਡ ਦਿੰਦੇ ਨੇ ਜਾਂ ਔਰਤਾਂ ਉੱਥੇ ਜਾ ਕੇ ਰਹਿਣ ਲੱਗ ਜਾਂਦੀਆਂ ਨੇ, ਉੱਥੇ ਫਿਰ ਸ਼ੋਸ਼ਣ ਹੋ ਜਾਂਦਾ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਸਰ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਹਾਡੀ ਆਇਡੈਂਟੀਟੀ ਰਿਵੀਲ ਨਹੀਂ ਕਰਦੀ, ਪਰ ਤੁਸੀਂ ਮੈਨੂੰ ਸੰਪਰਕ ਕਰੋ। ਨੰਬਰ ਹੈਗਾ 7696001212। ਇਹ ਗੁਰਜੀਤ ਦਾ ਨੰਬਰ ਆ, ਇਹਦੇ ਤੇ ਕੰਟੈਕਟ ਕਰ ਲਓ। ਨਹੀਂ ਮੇਰੇ ਪੇਜ ਤੇ, ਮੇਰੀ ਈਮੇਲ ID ਤੇ ਕੰਟੈਕਟ ਕਰ ਲਓ। ਤੁਹਾਡੀ ਆਪਾਂ ਮੀਡੀਆ 'ਚ ਨਹੀਂ ਲਿਆਵਾਂਗੇ, ਪਰ ਤੁਹਾਨੂੰ ਇਨਸਾਫ ਦਿਵਾਵਾਂਗੇ, ਕਿਉਂਕਿ ਉਹਨਾਂ ਲੋਕਾਂ ਦੇ ਖਿਲਾਫ ਲੜਨ ਦੀ ਬਹੁਤ ਲੋੜ ਆ ਜਿਹੜੇ ਧਰਮ ਦੀ ਆੜ ਦੇ ਵਿੱਚ ਇਹ ਚੀਜ਼ਾਂ ਕਰਦੇ ਨੇ। ਕਿਉਂਕਿ ਧਰਮ ਸਾਨੂੰ ਜ਼ਿੰਦਗੀ ਸਿਖਾਉਂਦਾ ਆ, ਸਾਡੀਆਂ ਮੋਰਲ ਵੈਲਿਊਜ਼ ਆ ਜਿਹੜੀਆਂ ਉਹਨਾਂ ਨੂੰ ਮਤਲਬ ਸਟਰੋਂਗ ਕਰਦਾ ਆ। ਤੇ ਜੇ ਉਹ ਧਾਰਮਿਕ ਡੇਰਿਆਂ ਦੇ ਵਿੱਚ ਹੀ ਇਹ ਚੀਜ਼ਾਂ ਹੋਣ ਲੱਗੀਆਂ ਤਾਂ ਫਿਰ ਇਨਸਾਨ ਦਾ ਯਕੀਨ ਹੀ ਮਤਲਬ ਆਸਥਾ ਹੀ ਟੁੱਟ ਜਾਏਗੀ। ਸੋ ਕਦੇ ਆਪਾਂ ਸੁਣਦੇ ਹਾਂ ਕਦੇ ਮੰਦਿਰ 'ਚ ਹੋ ਰਿਹਾ, ਕਦੇ ਗੁਰਦੁਆਰੇ 'ਚ ਹੋ ਰਿਹਾ, ਕਦੇ ਕਿਤੇ। ਸੋ ਇਹਨਾਂ ਚੀਜ਼ਾਂ ਦੇ ਖਿਲਾਫ ਤਾਂ ਹੋਰ ਜ਼ਿਆਦਾ ਮਤਲਬ ਆਪਾਂ ਨੂੰ ਡਟ ਕੇ ਅੱਗੇ ਆਉਣ ਦੀ ਲੋੜ ਆ। ਜਿਨ੍ਹਾਂ ਦੇ ਨਾਮ ਲਏ ਨੇ ਤੁਸੀਂ, ਨਛੱਤਰ ਨਾਥ ਹੈ, ਸੂਰਜ ਨਾਥ ਹੈ, ਸ਼ਾਇਦ ਗਿਰਧਾਰੀ ਨਾਥ, ਵਰਿੰਦਰ ਨਾਥ, ਇਹ 4 ਜੀ ਇਹ 4 ਜਿਹੜੇ ਨੇ ਇਸ ਮਾਮਲੇ ਦੇ ਵਿੱਚ ਜਿਨ੍ਹਾਂ ਦੇ ਖਿਲਾਫ FIR ਹੋਈ ਹੈ ਤੇ ਧਾਰਾ 376 ਤੇ ਹੋਰ ਮਾਮਲੇ ਦਰਜ ਹੋਏ ਨੇ ਜੀ। 376D ਲੱਗਣੀ ਚਾਹੀਦੀ ਆ ਜੀ, ਇਹ ਤੇ ਇਕੱਲੀ 376 ਲੱਗੀ ਆ। ਮਤਲਬ ਕਿਉਂਕਿ ਗੈਂਗ ਰੇਪ ਆ ਤਾਂ ਉਹਦੇ ਵਿੱਚ D ਲੱਗਦੀ ਆ ਜੀ।
ਸੋ ਥੋੜੀ ਜਿਹੀ ਪੁਲਿਸ ਨੇ ਉਹਦੇ ਵਿੱਚ ਵੀ ਮੈਂ ਚਾਹੁੰਦੀ ਹਾਂ ਵੀ ਉਹਦੇ ਵਿੱਚ ਵੀ ਚੇਂਜ ਕੀਤਾ ਤੁਹਾਨੂੰ ਜਾਵੇ। ਲੱਗਦਾ ਕਿ ਹੋਰ ਕੇਸ ਵੀ ਸਾਹਮਣੇ ਆ ਸਕਦੇ ਨੇ ਇਸੇ ਦੇ ਨਾਲ ਸੰਬੰਧਿਤ, ਹੋਰ ਔਰਤਾਂ ਵੀ ਹੋ ਸਕਦੀਆਂ ਨੇ ਜਿਹੜੀਆਂ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਨੇ? ਤੇ ਇਹਨਾਂ ਦੇ ਖਿਲਾਫ ਵੀ ਆਉਣਗੇ। ਹੁਣ ਉਸ ਤੋਂ ਬਾਅਦ ਵਿੱਚ ਉਦੋਂ ਦੇ ਰੋਜ਼ ਹੀ ਆ ਰਹੇ, ਇੱਕ ਇਹਨਾਂ ਦੀ ਟੀਮ ਮੈਂਬਰ ਆ ਕੋਈ ਫਿਰੋਜ਼ਪੁਰ, ਉਹਦੇ ਖਿਲਾਫ ਵੀ ਆਏ ਆ ਕਿ ਉਹਨੇ ਸਰਕਾਰੀ ਜ਼ਮੀਨ ਦੱਬੀ ਆ। ਸੋ ਆਉਂਦੇ ਹੀ ਆ ਜੀ। ਜਿਵੇਂ ਕਾਰਵਾਈ ਜਦੋਂ ਸ਼ੁਰੂ ਹੁੰਦੀ ਆ ਫਿਰ ਲੋਕ ਥੋੜਾ ਜਿਹਾ ਲੱਗਦਾ ਕਿ ਉਹਨਾਂ ਨੂੰ ਯਕੀਨ ਬਣਦਾ। ਪਤਾ ਕੀ ਆ, ਪਹਿਲਾਂ ਲੋਕਾਂ ਦੇ ਵਿੱਚ ਐ ਹੁੰਦਾ ਵੀ ਕੁਝ ਨਹੀਂ ਹੋਣਾ ਜੀ, ਕਿਉਂਕਿ ਇਹ ਲੋਕ ਪਾਵਰਫੁਲ ਬਹੁਤ ਹੁੰਦੇ ਨੇ। ਠੀਕ ਹੈ, ਤੇ ਇਹਨਾਂ ਦਾ ਨੈਕਸਸ ਹੁੰਦਾ ਆ ਪੋਲੀਟੀਕਲ ਪਾਵਰ, ਪੁਲਿਸ ਪਾਵਰ, ਸੋ ਇਹ ਮਿਲੇ ਹੁੰਦੇ ਆ ਕਿਤੋਂ ਨਾ ਕਿਤੋਂ, ਕਿਤੇ ਨਾ ਕਿਤੇ ਪੁਲਿਸ ਵੀ ਇਹਨਾਂ ਤੋਂ ਦੁਖੀ ਹੁੰਦੀ ਆ। ਪਰ ਵੋਟ ਬੈਂਕ ਹੁੰਦੇ ਆ ਕਿਉਂਕਿ ਇਹਨਾਂ ਨਾਲ ਲੋਕ ਜੁੜੇ ਹੁੰਦੇ ਆ, ਸੋ ਲੋਕ ਹਿੰਮਤ ਨਹੀਂ ਕਰ ਪਾਉਂਦੇ ਇਹਨਾਂ ਦੇ ਖਿਲਾਫ ਲੜਨ ਦੀ। ਠੀਕ ਹੈ, ਚੱਕਰ ਇਹ ਆ। ਤੁਹਾਨੂੰ ਆਪਣੇ ਸਾਹਮਣੇ ਸਿਰਸੇ ਵਾਲੇ ਦੀ ਐਗਜ਼ਾਮਪਲ ਆ, ਕਿੰਨਾ ਔਖਾ ਜੇਲ੍ਹ ਦੇ ਵਿੱਚ ਪਹੁੰਚਾਇਆ, ਫਿਰ ਵੀ ਲੋਕਾਂ ਦੀ ਆਸਥਾ ਦੇਖੋ ਕਿੰਨੀ ਸੀ, ਉਹਨਾਂ ਨੇ ਕਿੰਨੀ ਤੋੜ-ਫੋੜ ਕੀਤੀ। ਸੋ ਲੋਕਾਂ ਨੂੰ ਯਕੀਨ ਹੀ ਨਹੀਂ ਹੁੰਦਾ, ਉਹਨਾਂ ਨੂੰ ਲੱਗਦਾ ਕਿ ਝੂਠੇ ਫਸਾਏ ਗਏ ਆ। ਠੀਕ ਹੈ, ਜਿਹੜੇ ਰੰਗੇ ਹੱਥੀ ਫੜ ਲਏ ਉਹਨਾਂ 'ਚ ਝੂਠ ਕੀ ਆ। ਜੀ। ਪਰ ਮਤਲਬ ਰੱਬ ਦੇ ਨਾਂ ਤੇ ਚੱਲ ਰਹੇ ਡੇਰਿਆਂ ਦੇ ਵਿੱਚ ਮੈਨੂੰ ਲੱਗਦਾ ਬਹੁਤ ਕੁਝ ਹੋ ਰਿਹਾ, ਜਿਵੇਂ ਦੀਆਂ ਤੁਸੀਂ ਐਗਜ਼ਾਮਪਲਸ ਦੇ ਰਹੇ ਹੋ, ਜਿਵੇਂ ਦੀ ਹੁਣੇ ਐਗਜ਼ਾਮਪਲ ਸਾਹਮਣੇ ਆਈ, ਜਾਂ ਪਹਿਲਾਂ ਹੋਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਸਾਡੇ ਸਾਹਮਣੇ ਆ ਚੁੱਕੀਆਂ, ਬਹੁਤ ਸਾਰੀਆਂ ਆਈਆਂ ਨੇ ਆਪਣੇ ਸਾਹਮਣੇ ਜੀ। ਕਿਉਂਕਿ ਇਹ ਬੜਾ ਸੌਖਾ ਤਰੀਕਾ ਹੁੰਦਾ। ਦੇਖੋ ਜਿਵੇਂ ਆਹ ਔਰਤਾਂ ਵੀ ਆ, ਉਹਨੂੰ ਬੱਚੇ ਦੇ ਉਹ ਸੀਗਾ ਵੀ ਮੇਰੇ ਔਲਾਦ ਨਹੀਂ ਹੋ ਰਹੀ ਹੈ ਨਾ ਜੀ। ਔਲਾਦ ਹੋਣ ਲਈ ਚਲੋ ਆਸਥਾ ਆਪਣੀ ਹੈ, ਸਭ ਦੀ ਆਸਥਾ ਆ, ਕਿਉਂਕਿ ਬਹੁਤ ਲੋਕ ਆ ਜਿਨ੍ਹਾਂ ਨੂੰ ਕਹਿੰਦੇ ਕਿ ਉਹਨਾਂ ਦੇ ਫੇਥ ਕਰਕੇ ਔਲਾਦ ਦੀ ਪ੍ਰਾਪਤੀ ਹੋ ਜਾਂਦੀ ਆ। ਆਪਣੇ ਕੋਲ ਬਾਬਾ ਬੁੱਢਣ ਸ਼ਾਹ ਜੀ ਦੀ ਐਗਜ਼ਾਮਪਲ ਹੈਗੀ ਆ, ਬਹੁਤ ਸਾਰੀਆਂ ਐਗਜ਼ਾਮਪਲਸ ਹੈਗੀਆਂ ਨੇ। ਪਰ ਮੈਡੀਕਲ ਟ੍ਰੀਟਮੈਂਟ ਆਈ ਥਿੰਕ ਬੈਟਰ ਆਪਸ਼ਨ ਹੈਗੀ ਆ, ਉਹਨਾਂ ਨੂੰ ਉਸ ਚੀਜ਼ ਲਈ ਜਾਣਾ ਚਾਹੀਦਾ ਆ। ਪਰ ਬੱਚੇ ਦੇ ਨਾਂ ਦੇ ਉੱਤੇ ਔਰਤ ਨੂੰ ਗੁੰਮਰਾਹ ਕਰਨਾ ਬਹੁਤ ਸੌਖਾ ਆ, ਕਿਉਂਕਿ ਮਾਂ ਕਹਿੰਦੇ ਕਿ ਔਰਤ ਉਦੋਂ ਤੱਕ ਕੰਪਲੀਟ ਨਹੀਂ ਜਦੋਂ ਤੱਕ ਮਾਂ ਨਹੀਂ ਬਣਦੀ ਹੈਗੀ, ਤੇ ਜੇ ਮਾਂ ਨਾ ਬਣਦੀ ਹੋਵੇ ਵਿਆਹ ਤੋਂ ਬਾਅਦ ਵੀ ਤਾਂ ਲੋਕ ਵੀ ਕੋਸਣ ਲੱਗ ਜਾਂਦੇ ਆ, ਚਾਹੇ ਕਸੂਰ ਬੰਦੇ ਦਾ ਹੋਵੇ ਚਾਹੇ ਕਮੀ ਔਰਤ ਦੀ ਹੋਵੇ, ਪਰ ਔਰਤ ਨੂੰ ਸਹਿਣਾ ਪੈਂਦਾ। ਸੋ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਨਾ ਔਰਤ ਨੂੰ ਮਤਲਬ ਗੁੰਮਰਾਹ ਕਰ ਲੋ ਜਾਂ ਮਤਲਬ ਉਹਨੂੰ ਗੱਲਾਂ ਦੇ ਵਿੱਚ ਲੈਣਾ ਬਹੁਤ ਲੋਕਾਂ ਲਈ ਸੌਖਾ, ਇਹਨਾਂ ਲੋਕਾਂ ਲਈ ਸੌਖਾ ਹੋ ਜਾਂਦਾ ਆ। ਚਲੋ ਆਖਰੀ ਸਵਾਲ ਹੈ ਸਿਮਰਨ ਜੀ, ਇੱਕ ਤਾਂ ਤੁਸੀਂ ਕਿਹਾ ਕਿ ਲੜਾਈ ਲੜਦੇ ਰਹੋਗੇ, ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੀ ਵੀ ਲੋੜ ਹੈ, ਸਹਿਯੋਗ ਦੀ ਮੰਗ ਵੀ ਕਰਦੇ ਹੋ ਤੁਸੀਂ? ਸਰ ਸਹਿਯੋਗ ਦੇਖੋ ਲੋਕਾਂ ਤੋਂ ਸਿਰਫ ਇੰਨੀ ਆਸ ਹੁੰਦੀ ਆ ਕਿ ਜੇ ਕੋਈ ਚੰਗਾ ਕਰਦਾ ਆ, ਚਾਹੇ ਉਹ ਮੈਂ ਚਾਹੇ ਕੋਈ ਵੀ ਆ, ਵੀ ਉਹਨਾਂ ਦੀ ਲੱਤਾਂ ਨਾ ਖਿੱਚੋ। ਸਾਨੂੰ ਵੀ ਹੌਸਲੇ ਦੀ ਲੋੜ ਆ, ਹੌਸਲੇ ਦਿੰਦੇ ਰਹੋ। ਇਸ ਤੋਂ ਵੱਧ ਦਾ ਕੀ ਲੋੜ ਆ, ਬਸ ਜੇ ਚੰਗੇ ਪਾਸੇ ਲੱਗਿਆ ਤਾਂ ਹੌਸਲਾ ਦਿਓ। ਹੌਸਲੇ ਤੋਂ ਵੱਧ ਮੈਂ ਕਹਿੰਦਾ ਕਿ ਬਾਬਾ ਜੀ ਦਾ ਦਿੱਤਾ ਹੋਇਆ ਸਾਰਾ ਕੁਝ ਆ, ਕਿਉਂਕਿ ਆਪ ਲਾਇਰ, ਆਪਣੀ ਪ੍ਰੈਕਟਿਸ ਅਸੀਂ ਆਪ ਕਰੀ ਜਾਂਦੇ ਆ, ਸਾਨੂੰ ਕੋਈ ਮਤਲਬ ਫਾਈਨੈਂਸ਼ੀਅਲ ਨੀਡ ਨਹੀਂ ਹੈਗੀ ਸਾਡੀ, ਆਬਵੀਅਸ ਜੀ ਗੱਲ ਆ। ਪਰ ਇੰਨਾ ਕਾ ਕਿ ਸਾਥ ਦਿਓ ਚੰਗੀ ਚੀਜ਼ ਦਾ, ਦੇਖੋ ਪਰਖੋ, ਜੇ ਤੁਹਾਨੂੰ ਸਹੀ ਲੱਗਦਾ ਤਾਂ ਸਾਥ ਦਿਓ। ਸੱਚ ਦੀ ਆਵਾਜ਼ ਸਦਾ ਬੁਲੰਦ ਰਹੇਗੀ ਸਿਮਰਨ ਦੀ। ਜੀ ਬਿਲਕੁਲ। ਚਲੋ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਸਮਾਂ ਦੇਣ ਦੇ ਲਈ। ਸਿਮਰਨਜੀਤ ਕੌਰ ਗਿੱਲ ਜਿਹੜੇ ਐਡਵੋਕੇਟ ਨੇ, ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਜੋ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਡੇਰੇ ਦੇ ਵਿੱਚ ਜੋ ਕੁਝ ਹੋਇਆ ਅਤੇ ਉਸ ਤੋਂ ਬਾਅਦ ਹੁਣ ਅਗਲੀ ਕੀ ਕਾਰਵਾਈ ਹੁੰਦੀ ਹੈ, ਕੀ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ, ਇਸ 'ਤੇ ਸਭ ਦੀਆਂ ਨਿਗਾਹਾਂ ਨੇ। ਫਿਲਹਾਲ ਇਸ ਪੇਸ਼ਕਸ਼ 'ਚ ਇੰਨਾ ਹੀ। ਸਾਨੂੰ ਦਿਓ ਇਜਾਜ਼ਤ, ਧੰਨਵਾਦ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤੇ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।